ਦੀ ਇਹਨਾਂ ਨੇ ਸੰਪੂਰਨ ਕਥਾ ਕਰਨੀ ਹੈ। ਸੋ ਉਹ ਕਥਾ ਵੀ ਜ਼ਰੂਰੀ ਸੁਣਨ ਵਾਲੀ ਹੈ। ਸੋ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਹਨ। ਅੱਜ ਆਪਾਂ 3 ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਹੋਏ ਹਨ। ਵਿਸਾਖੀ ਪੁਰਬ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਅਖੰਡ ਪਾਠ ਅੰਮ੍ਰਿਤ ਵੇਲੇ ਆਰੰਭ ਹੋਇਆ, ਜਿਸ ਦੇ ਭੋਗ ਅੰਮ੍ਰਿਤ ਵੇਲੇ ਹੀ 4 ਵਜੇ ਪਰਸੋਂ ਨੂੰ ਪੈਣਗੇ। 2 ਅਖੰਡ ਪਾਠਾਂ ਦੇ ਭੋਗ ਵਿਸਾਖੀ ਵਾਲੇ ਦਿਨ ਪਰਸੋਂ ਨੂੰ 10:30 ਵਜੇ ਸ਼ਲੋਕ ਵਾਲੇ ਨਾਮੇ ਦੇ ਸ਼ਲੋਕ ਆਰੰਭ ਹੋ ਕੇ 11 ਵਜੇ ਤੱਕ ਅਰਦਾਸ ਹੋਵੇਗੀ, ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣੇ ਹਨ। ਸੋ ਸਾਰੀਆਂ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਜੀ ਨੇ ਸਾਰੇ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਜਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਸਾਧ ਸੰਗਤ ਜੀ ਬੜੇ ਪਿਆਰ ਦੇ ਨਾਲ ਜੋ ਆਪਾਂ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਆਪ ਸੰਗਤਾਂ ਨੂੰ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਕਨਈਆ 96 ਕਰੋੜ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਆਪ ਜੀ ਨੂੰ ਸਰਵਣ ਕਰਾ ਰਹੇ ਨੇ। ਬੜੇ ਪਿਆਰ ਨਾਲ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜੋ ਸਿਆਨਨ ਨੇ ਕਹੀ, ਮਨੀ ਸੂਰਨ ਸੋ ਗਲ, ਲਰਤ ਭਜਤ ਆਗੇ ਤੁਰੇ, ਲਿਓ ਆਸਰੋ ਝਲ, ਜੋ ਸਿਆਨਨ ਨੇ ਕਹੀ, ਮਨੀ ਸੂਰਨ ਸੋ ਗਲ, ਲਰਤ ਭਜਤ ਆਗੇ ਤੁਰੇ, ਲਿਓ ਆਸਰੋ ਝਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਇਤਿਹਾਸ ਦੀ ਲੜੀਵਾਰ ਕਥਾ ਦੀ ਹਾਜ਼ਰੀ ਭਰਨ ਲਈ ਮਹਾਰਾਜ ਨੇ ਸਮਾਂ ਝੋਲੀ ਵਿੱਚ ਪਾਇਆ। ਆਓ
ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ ਸਿਆਣਨ ਨੇ ਕਹੀ ਮਨੀ ਸੂਰਨ ਸੋ ਗੱਲ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਿਹੜਾ ਛੋਟਾ ਘੱਲੂਕਾਰਾ ਪੰਥ ਵਿੱਚ ਹੋਇਆ ਕਾਹਨੂਵਾਲ ਦੇ ਛੰਭ ਦੇ ਵਿੱਚ, ਖਾਲਸਾ ਜੀ ਹੁਣ ਲਖਪਤ ਰਾਏ ਨੇ ਗੁਰੂ ਕਹਿਣ ਤੇ ਪਾਬੰਦੀ ਲਾ ਦਿੱਤੀ, ਗੁਰੂ ਨਾਨਕ ਦੀ ਬਾਣੀ ਪੜ੍ਹਨ ਤੇ ਪਾਬੰਦੀ ਲਾ ਦਿੱਤੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਪਾਵਨ ਪੋਥੀਆਂ ਨੂੰ ਖਾਲਸਿਆਂ ਤੋਂ ਖੋਹਣ ਦੇ ਯਤਨ ਕਰਨ ਲੱਗਾ। ਉਦੋਂ ਗੁਰੂ ਕੇ ਸਿੱਖਾਂ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਚੜ੍ਹਾ ਦਿੱਤੀਆਂ। ਮੁਲਤਾਨ ਤੋਂ ਲੈ ਕਰਕੇ ਲਾਹੌਰ, ਕਸੂਰ ਅਤੇ ਖਾਲਸਾ ਜੀ ਕਾਬਲ, ਕੰਧਾਰ ਤੱਕ, ਇੱਥੋਂ ਦੇ ਇਲਾਕਿਆਂ ਤੱਕ ਫੌਜਾਂ ਭੇਜ ਦਿੱਤੀਆਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਲਖਪਤ ਰਾਏ ਨੇ ਕਿਹਾ ਮੈਂ ਕੇਵਲ 2 ਦਿਨਾਂ ਵਿੱਚ ਸਿੱਖਾਂ ਨੂੰ ਖਤਮ ਕਰ ਦਿਆਂਗਾ। ਉਦੋਂ ਫਿਰ ਗੁਰੂ ਕੇ ਸਿੱਖਾਂ ਨੇ ਸੋਚਿਆ ਵੀ ਹੁਣ ਇਹਦਾ ਮੁਕਾਬਲਾ ਕਿਵੇਂ ਕਰੀਏ, ਤੇ ਕੁਝ ਸਿਆਣੇ ਬਜ਼ੁਰਗ ਕਹਿੰਦੇ ਵੀ ਪਿੱਠ ਵਿਖਾ ਕੇ ਭਜਣਾ ਖਾਲਸੇ ਦਾ ਕੰਮ ਨਹੀਂ। ਜਬ ਆਵ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਰਣ ਤੱਤੇ ਦੇ ਅੰਦਰ ਮਰ ਕੇ ਸ਼ਹੀਦ ਤੇ ਹੋਵਾਂਗੇ, ਨਾ ਸਿੱਖੀ ਨੂੰ ਛੱਡ ਕੇ ਭੱਜਾਂਗੇ, ਨਾ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜਾਂਗੇ। ਉਦੋਂ ਫਿਰ ਜੋ ਸਿਆਣਿਆਂ ਨੇ ਗੱਲ ਕਹੀ ਸੀ ਉਹ ਖਾਲਸਾ ਜੀ ਗੁਰੂ ਕੇ ਸਿੱਖਾਂ ਨੇ ਮੰਨ ਲਈ। ਲਰਤ ਭਜਤ ਆਗੇ ਤੁਰੇ ਲਿਓ ਆਸਰੋ ਝੱਲ। ਹੁਣ ਖਾਲਸਾ ਜੀ ਲੜਦੇ ਲੜਦੇ ਕਾਹਨੂਵਾਲ ਦੇ ਛੰਭ ਵਿੱਚ ਆ ਕੇ ਲੁਕ ਗਏ। ਇਹ ਕਾਹਨੂਵਾਲ ਦਾ ਉਹ ਛੰਭ ਹੈ ਜਿੱਥੇ ਇੱਕ ਦਿਨ ਵਿੱਚ 40,000 ਤੋਂ ਵੀ ਵੱਧ ਗੁਰੂ ਕੇ ਸਿੱਖ ਸ਼ਹੀਦ ਹੋਏ। ਇਸ ਕਾਹਨੂਵਾਲ ਦੇ ਛੰਭ ਦੇ ਵਿੱਚ ਇੱਥੇ ਆ ਕਰਕੇ ਗੁਰੂ ਕੇ ਸਿੱਖਾਂ ਨੇ ਮੋਰਚੇ ਸਾਂਭੇ। ਚੌਪਈ ਤਬੇ ਸਿੰਘਨ ਹੋ ਲੱਗ ਗਏ ਉਦਾਏ। ਹੁਣ ਗੁਰੂ ਕੇ ਸਿੱਖਾਂ ਦਾ ਇੱਥੇ ਲੱਗ ਗਿਆ ਦਾ। ਪ੍ਰਥਮ ਹਰੋਲ ਤੁਰਕ ਕੀਓ ਘਾਏ। ਤੇ ਜਿਹੜੀ ਹਰਿਆਵਲ ਫੌਜ ਸੀ ਸਭ ਤੋਂ ਪਹਿਲਾਂ ਸਿੱਖਾਂ ਨੇ ਮਾਰ ਮੁਕਾਈ। ਹਰਿਆਵਲ ਉਹਨੂੰ ਕਹਿੰਦੇ ਨੇ ਜਿਹੜੇ ਪੈਦਲ ਆ ਕੇ ਲੜਦੇ ਨੇ। ਜਿਹੜੇ ਖਾਲਸਾ ਜੀ ਪੈਦਲ ਸਿਪਾਹੀ ਸੀ ਨਾ ਲਖਪਤ ਰਾਏ ਦੇ, ਕਹਿੰਦੇ ਗੁਰੂ ਕੇ ਸਿੱਖਾਂ ਨੇ ਸਭ ਤੋਂ ਪਹਿਲਾਂ ਪੈਦਲ ਸਿਪਾਹੀਆਂ ਨੂੰ ਮਾਰ ਮੁਕਾਇਆ। ਤਬ ਦੀਵਾਨ ਯੋ ਚਿੰਤਾ ਪਰੀ। ਉਦੋਂ ਫਿਰ ਲਖਪਤ ਰਾਏ ਨੂੰ ਬੜੀ ਚਿੰਤਾ ਪੈ ਗਈ ਵੀ ਮੈਂ ਤਾਂ ਸੋਚਿਆ ਸੀ 2 ਦਿਨਾਂ ਵਿੱਚ ਖਤਮ ਕਰ ਦਿਆਂਗਾ, ਇਹਨਾਂ ਨੇ ਤੇ ਜੰਗ ਦੀ ਸ਼ੁਰੂਆਤ ਵਿੱਚ ਹੀ ਪੈਦਲ ਸਿਪਾਹੀ ਮਾਰ ਮੁਕਾਏ। ਬਿਨ ਤਤਬੀਰ ਫੌਜ ਸੋ ਮਰੀ। ਉਹ ਕਹਿੰਦਾ ਹਜੇ ਕੋਈ ਜੰਗ ਦੀ ਤਦਬੀਰ ਨਹੀਂ ਸੀ, ਭਾਵ ਰਣਨੀਤੀ ਨਹੀਂ ਸੀ, ਤੇ ਸਿਪਾਹੀਆਂ ਨੂੰ ਦੋਸ਼ ਦਿੰਦਾ ਵੀ ਬਿਨਾਂ ਰਣਨੀਤੀ ਤੋਂ ਲੜੇ ਆ, ਇਸ ਕਰਕੇ ਮਾਰੇ ਗਏ ਹਾਂ। ਔਰ ਤਤਬੀਰ ਫੌਜ ਕੀ ਕਰੀਏ। ਲਖਪਤ ਰਾਏ ਨੇ ਨਾ ਜੀ ਸਾਰੇ ਜਰਨੈਲ ਸੱਦ ਲਏ, ਸਾਰੇ ਜਰਨੈਲ, ਸਾਰੇ ਫੌਜਦਾਰ, ਸਾਰੇ ਸਿਪਾਹੀ ਇਕੱਠੇ ਕਰ ਲਏ। ਕਹਿੰਦਾ ਹੁਣ ਦੁਬਾਰਾ ਰਣਨੀਤੀ ਬਣਾਵਾਂਗਾ। ਤੋਪ ਘੋੜਨ ਕੀ ਆਗੇ ਧਰੀਏ। ਜਿਹੜੀਆਂ ਵੱਡੀਆਂ ਤੋਪਾਂ ਸੀ, ਜਿਹੜੀਆਂ ਘੋੜਿਆਂ ਨਾਲ ਖਿੱਚੀਆਂ ਜਾਂਦੀਆਂ ਸੀ, ਹਾਥੀਆਂ ਨਾਲ ਖਿੱਚੀਆਂ ਜਾਂਦੀਆਂ ਸੀ, ਊਂਠਾਂ ਨਾਲ ਖਿੱਚੀਆਂ ਜਾਂਦੀਆਂ ਸੀ, ਝੋਟਿਆਂ ਨਾਲ ਖਿੱਚੀਆਂ ਜਾਂਦੀਆਂ ਸੀ, ਭਾਵ 5 ਤਰ੍ਹਾਂ ਦੀਆਂ ਤੋਪਾਂ ਜੰਗ ਦੇ ਮੈਦਾਨ ਵਿੱਚ ਗਈਆਂ ਸਿੱਖਾਂ ਨੂੰ ਮਾਰਨ ਵਾਸਤੇ। ਹਾਥੀਆਂ ਨਾਲ, ਘੋੜਿਆਂ ਨਾਲ, ਊਂਠਾਂ ਨਾਲ ਤੇ ਝੋਟਿਆਂ ਨਾਲ। ਇਹ ਵੱਡੀਆਂ 4 ਤੋਪਾਂ ਤੇ ਇੱਕ ਛੋਟੀ ਤੋਪ ਜੰਬੂਰੇ। ਹੁਣ ਇਹ ਕਹਿੰਦਾ ਵੀ ਸਭ ਤੋਂ ਅੱਗੇ ਵੱਡੀਆਂ ਤੋਪਾਂ ਕਰ ਦੋ ਜਿਹੜੇ ਹਾਥੀ ਊਂਟ ਖਿੱਚਦੇ ਨੇ, ਵੀ ਜਦੋਂ ਸਿੱਖ ਆਉਣ ਹਮਲਾ ਕਰਨ ਨਾਲ ਦੀ ਨਾਲ ਵੱਡੀ ਤੋਪਾਂ ਦੇ ਗੋਲਿਆਂ ਨਾਲ ਉਹਨਾਂ ਨੂੰ ਉਡਾ ਦਈਏ। ਇਸ ਤਰ੍ਹਾਂ ਨਵੀਂ ਰਣਨੀਤੀ ਬਣਾਈ ਵੀ ਵੱਡੀਆਂ ਤੋਪਾਂ ਸਭ ਤੋਂ ਅੱਗੇ ਕਰ ਦਿਓ ਤੇ ਪਾਛੇ ਕੀਨੇ ਹੱਥ ਨਾਲ। ਤੇ ਫਿਰ ਵੱਡੀਆਂ ਤੋਪਾਂ ਤੋਂ ਬਾਅਦ ਖਾਲਸਾ ਜੀ ਉਹਨੇ ਉਹ ਸਿਪਾਹੀ ਵੀ ਖੜੇ ਕਰ ਦਿੱਤੇ ਜਿਹੜੇ ਹੱਥਾਂ ਦੇ ਵਿੱਚ ਬੰਦੂਕਾਂ ਲੈ ਕਰਕੇ ਖੜੇ ਹੋਏ ਨੇ। ਕਹਿੰਦਾ ਜੇ ਤੋਪਾਂ ਦੇ ਗੋਲਿਆਂ ਨਾਲ ਨਹੀਂ ਮਰੇ ਫਿਰ ਬੰਦੂਕਾਂ ਦੀਆਂ ਗੋਲੀਆਂ ਚਲਾਓ। ਹੁਣ ਬੰਦੂਕਾਂ ਵਾਲੇ ਸਿਪਾਹੀ ਦੂਸਰੇ ਨੰਬਰ ਤੇ ਖੜੇ ਕਰ ਦਿੱਤੇ। ਇਸੇ ਜੰਬੂਰਨ ਲਾਈ ਪਾਲ। ਤੇ ਤੀਸਰੇ ਨੰਬਰ ਦੇ ਉੱਤੇ ਖਾਲਸਾ ਜੀ ਜੰਬੂਰੇ ਤੋਂ ਭਾਵ ਛੋਟੀਆਂ ਤੋਪਾਂ ਜਿਹੜੀਆਂ ਚਲਾਉਣੀਆਂ ਸਖੈਲੀਆਂ
ਕਹਿੰਦੇ ਤੀਸਰੇ ਨੰਬਰ ਤੇ ਛੋਟੀਆਂ ਤੋਪਾਂ ਦੇ ਸਿਪਾਹੀ ਖੜੇ ਕਰ ਦਿੱਤੇ ਇਸਕੇ ਪਾਛੇ ਕਰੀ ਸਿਪਾਹੇ ਤੇ ਚੌਥੇ ਨੰਬਰ ਦੇ ਉੱਤੇ ਪੈਦਲ ਸਿਪਾਹੀਆਂ ਦੀ ਡਿਊਟੀ ਲਾ ਦਿੱਤੀ। ਫੌਜ ਅਸਲ ਨਿਜ ਰਾਖੀ ਪਾਹੇ। ਪਰ ਖਾਲਸਾ ਜੀ ਏਡਾ ਡਰ ਸੀ ਸਿੰਘਾਂ ਦਾ ਵੀ ਪਹਿਲੇ ਨੰਬਰ ਤੇ ਵੱਡੀਆਂ ਤੋਪਾਂ, ਦੂਜੇ ਨੰਬਰ ਤੇ ਬੰਦੂਕਾਂ ਵਾਲੇ, ਤੀਜੇ ਨੰਬਰ ਤੇ ਜੰਬੂਰਾਂ ਛੋਟੀਆਂ ਤੋਪਾਂ, ਚੌਥੇ ਨੰਬਰ ਦੇ ਉੱਤੇ ਫਿਰ ਪੈਦਲ ਸਿਪਾਹੀ। ਪਰ ਇੰਨੀਆਂ ਫੌਜਾਂ ਤੋਂ ਬਾਅਦ ਵੀ ਸਿੰਘਾਂ ਦਾ ਇੰਨਾ ਡਰ ਸੀ ਲਖਪਤ ਰਾਏ ਨੂੰ, ਕਹਿੰਦਾ ਹੋਰ ਸਿਪਾਹੀ ਆ ਕੇ ਮੈਨੂੰ ਘੇਰਾ ਪਾ ਲਓ, ਕਿਤੇ ਹੋਵੇ ਨਾ ਵੀ ਸਿੰਘ ਆਕਾਸ਼ ਤੋਂ ਹੀ ਆ ਜਾਣ, ਕਿਉਂਕਿ ਪਤਾ ਸੀ ਕਿ ਇਹ ਮਰ ਨਹੀਂ ਰਹੇ। ਚਾਰ ਖਾਲਸਾ ਜੀ ਟੁਕੜੀਆਂ ਬਣਾਉਣ ਤੋਂ ਬਾਅਦ ਵੀ ਇਹਨੇ ਕੁਝ ਸਿਪਾਹੀ ਵੱਡੀ ਗਿਣਤੀ ਦੇ ਵਿੱਚ ਆਪਣੇ ਆਲੇ ਦੁਆਲੇ ਖਿਲਾਰ ਲਏ। ਰਚੀ ਚਮੂ ਦੀਵਾਨ ਉਲਟੇ ਰਾਹੇ। ਹੁਣ ਕਹਿੰਦੇ ਜੰਗ ਦੇ ਮੈਦਾਨ ਵਿੱਚ ਨਾ ਫੌਜਾਂ ਦੀ ਨੀਤੀ ਹੁੰਦੀ ਸੀ ਵੀ ਪਹਿਲਾਂ ਸਿਪਾਹੀ ਹੁੰਦੇ ਸੀ ਪੈਦਲ, ਫਿਰ ਘੋੜਿਆਂ ਵਾਲੇ, ਫਿਰ ਬੰਦੂਕਾਂ ਵਾਲੇ, ਫਿਰ ਛੋਟੀਆਂ ਤੋਪਾਂ ਵਾਲੇ, ਫਿਰ ਵੱਡੀਆਂ ਤੋਪਾਂ ਵਾਲੇ। ਤੇ ਦੀਵਾਨ ਲਖਪਤ ਰਾਏ ਨੇ ਸਿੰਘਾਂ ਦੇ ਡਰ ਤੋਂ ਸਾਰੀ ਰਣਨੀਤੀ ਪੁੱਠੀ ਕਰ ਦਿੱਤੀ। ਇਹਨੇ ਵੱਡੀਆਂ ਤੋਪਾਂ ਅੱਗੇ ਕਰ ਦਿੱਤੀਆਂ, ਬੰਦੂਕਾਂ ਅੱਗੇ ਕਰ ਦਿੱਤੀਆਂ, ਇਹਨੇ ਛੋਟੀਆਂ ਤੋਪਾਂ ਅੱਗੇ ਕਰ ਦਿੱਤੀਆਂ ਤੇ ਪੈਦਲ ਸਿਪਾਹੀ ਸਭ ਤੋਂ ਪਿੱਛੇ ਕਰ ਦਿੱਤੇ। ਕਿੰਨਾ ਦਬਦਬਾ ਹੋਏਗਾ ਕਿ ਖਾਲਸਾ ਜੀ 40,000 ਗੁਰੂ ਕਾ ਸਿੱਖ ਕਾਹਨੂਵਾਲ ਦੇ ਛੰਭ ਦੇ ਵਿੱਚ ਇਕੱਠਾ ਹੈ ਤੇ ਉਹਨਾਂ ਨੂੰ ਮਾਰਨ ਵਾਸਤੇ ਕਿੱਡੀ ਵੱਡੀ ਗਿਣਤੀ ਦੇ ਵਿੱਚ ਫੌਜਾਂ ਗਈਆਂ ਨੇ। ਸਭ ਤੇ ਪਾਛੇ ਡਰਤ ਸੁਜਾਏ। ਤੇ ਆਪ ਲਖਪਤ ਰਾਏ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਵੀ 2 ਦਿਨਾਂ ਵਿੱਚ ਸਿੱਖਾਂ ਨੂੰ ਮਾਰ ਦਵਾਂਗਾ, ਕਹਿੰਦੇ ਖੁਦ ਲਖਪਤ ਰਾਏ ਸਭ ਤੋਂ ਪਿੱਛੇ ਖੜਾ ਹੈ ਤੇ ਉੱਥੇ ਵੀ ਡਰਦਾ ਹੈ। ਜਦੋਂ ਗੁਰੂ ਕੇ ਸਿੰਘ ਅਕਾਲ ਅਕਾਲ ਗੁਰਬਰ ਅਕਾਲ ਦੇ ਜਕਾਰੇ ਗਜਾਉਂਦੇ ਨਾ, ਤੇ ਲਖਪਤ ਰਾਏ ਇੰਨੀ ਫੌਜ ਹੋਣ ਤੋਂ ਬਾਅਦ ਵੀ ਕਹਿੰਦੇ ਜਕਾਰਾ ਸੁਣ ਕੇ ਤੰਬੂ ਵੱਲ ਭੱਜਦਾ ਵੀ ਕਿਤੇ ਸਿੰਘ ਨਾ ਆ ਜਾਣ। ਜੋ ਸਿੰਘ ਮੁੜ ਕਰ ਕਰੇ ਲੜਾਈ। ਤੇ ਖਾਲਸਾ ਜੀ ਜਿਹੜੇ ਗੁਰੂ ਕੇ ਸਿੰਘ ਨੇ ਉਹ ਬੀੜ ਦੇ ਵਿੱਚੋਂ, ਜੰਗਲਾਂ ਦੇ ਵਿੱਚੋਂ ਨਿਕਲ ਕੇ ਦੁਬਾਰਾ ਫਿਰ ਜੰਗ ਜੁੱਧ ਕਰਦੇ ਨੇ। ਨੈ ਤੋਪਨ ਸੋ ਕਛੂ ਬਸਾਈ। ਪਰ ਅੱਗੇ ਖਾਲਸਾ ਜੀ ਵੱਡੀਆਂ ਤੋਪਾਂ ਤੇ ਇੱਧਰ ਗੁਰੂ ਕੇ ਸਿੱਖ ਨੇਜੀਆਂ ਦੇ ਨਾਲ, ਕਿਰਪਾਨਾਂ ਦੇ ਨਾਲ ਜਾ ਕੇ ਉਹਨਾਂ ਤੋਪਾਂ ਦਾ ਮੁਕਾਬਲਾ ਕਰਦੇ। ਕਿੱਡਾ ਕਿ ਜਜ਼ਬਾ ਹੋਵੇਗਾ ਉਹਨਾਂ ਸਿੱਖਾਂ ਦੇ ਅੰਦਰ, ਕੈਸਾ ਗੁਰੂ ਤੇ ਭਰੋਸਾ ਹੋਵੇਗਾ ਵੀ ਸਾਹਮਣੇ ਉਹ ਤੋਪਾਂ ਨੇ ਜਿਹੜੇ ਹਾਥੀ ਖਿੱਚ ਕੇ ਲਿਆ ਰਹੇ ਆ, ਪਰ ਉਹਨਾਂ ਤੋਪਾਂ ਦੇ ਗੋਲਿਆਂ ਸਾਹਮਣੇ ਵੀ ਆਪਣੀਆਂ ਛਾਤੀਆਂ ਢਾ ਕੇ ਉਹ ਗੁਰੂ ਕੇ ਸਿੱਖ ਮੁਕਾਬਲੇ ਕਰ ਗਏ। ਤੋ ਸਿੰਘ ਫੇਰ ਬੜੇ ਮੁਰ ਝੱਲ। ਹੁਣ ਤੋਪਾਂ ਦੇ ਗੋਲਿਆਂ ਦੀ ਬਰਸਾਤ ਹੋਣ ਲੱਗੀ ਤੇ ਗੁਰੂ ਕੇ ਸਿੱਖਾਂ ਨੇ ਦੁਬਾਰਾ ਫਿਰ ਝਾੜੀਆਂ ਜੰਗਲਾਂ ਦੇ ਵਿੱਚ ਮੋਰਚੇ ਸਾਂਭਣੇ ਸ਼ੁਰੂ ਕੀਤੇ। ਐਸੀ ਭਈ ਖਾਲਸੇ ਗੱਲ। ਇਸ ਤਰ੍ਹਾਂ ਕਹਿੰਦੇ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਦੇ ਉੱਥੇ ਕਾਰੇ ਵਰਤ ਰਹੇ। ਬੜੇ ਤਾਹੇ ਜੈ ਤੋਪ ਨਾ ਜਾਵੇ। ਹੁਣ ਗੁਰੂ ਕੇ ਸਿੱਖਾਂ ਨੇ ਉੱਥੇ ਮੋਰਚੇ ਸਾਂਭੇ ਜਿੱਥੇ ਤੋਪ ਦੇ ਗੋਲੇ ਦਾ ਨਿਸ਼ਾਨਾ ਨਹੀਂ ਸੀ ਵੱਜਦਾ। ਤੋਪ ਦੇ ਗੋਲੇ ਦੀ ਹੱਦ ਤੋਂ ਪਾਰ ਗੁਰੂ ਕੇ ਸਿੰਘਾਂ ਨੇ ਮੋਰਚੇ ਸਾਂਭ ਲਏ। ਕੜਿਆਲਣ ਨੇ ਕਛੂ ਬਸਾਵੇ। ਤੇ ਖਾਲਸਾ ਜੀ ਜਿਹੜੇ ਘੋੜਿਆਂ ਦੇ ਨਾਲ ਆ ਰਹੇ ਸੀ ਸਿਪਾਹੀ, ਤੇ ਘੋੜਿਆਂ ਦੇ ਨਾਲ ਤੋਪਾਂ ਖਿੱਚ ਕੇ ਆ ਰਹੇ ਸੀ, ਉਹਨਾਂ ਵੱਡੀਆਂ ਵੱਡੀਆਂ ਤੋਪਾਂ ਅੱਗੇ ਪੈਦਲ ਗੁਰੂ ਕੇ ਸਿੱਖ ਕਿੰਨੇ ਕੇ ਮੁਕਾਬਲੇ ਕਰਨ। ਉੱਥੇ ਤੋਪਾਂ ਦੇ ਸਾਹਮਣੇ ਖਲੋਣਾ ਬਹੁਤ ਔਖਾ ਸੀ, ਪਰ ਫਿਰ ਵੀ ਗੁਰੂ ਕੇ ਖਾਲਸੇ ਭੱਜੇ ਨਹੀਂ ਬਲਕਿ ਮੋਰਚੇ ਸਾਂਭਦੇ ਨੇ। ਛੱਡੀ ਫੌਜ ਲੈ ਸਿੰਘ ਉਸ ਮਾਰ। ਤੇ ਖਾਲਸਾ ਜੀ ਜਿਹੜਾ ਵੀ ਕੋਈ ਸਿਪਾਹੀ ਸਿੰਘਾਂ ਦੇ ਵੱਲ ਆਉਂਦਾ, ਖਾਲਸਾ ਜੀ ਸਿੰਘ ਉੱਥੇ ਹੀ ਉਹਦਾ ਖਾਤਮਾ ਕਰ ਦਿੰਦੇ। ਇਸ ਬਿਦ ਸਿੰਘ ਬਚੇ ਕਈ ਵਾਰ। ਇਸ ਤਰ੍ਹਾਂ ਕਹਿੰਦੇ ਕਦੇ ਕਦੇ ਸਿੰਘਾਂ ਦਾ ਦਾ ਲੱਗ ਜਾਂਦਾ ਤੇ ਕਦੇ ਉਹਨਾਂ ਦੇ ਤੋਪਾਂ ਦੇ ਗੋਲਿਆਂ ਦੇ ਨਿਸ਼ਾਨੇ ਲੱਗਦੇ, ਕਦੇ ਸਿੱਖ ਮਰਦੇ, ਕਦੇ ਉਹਨਾਂ ਦੇ ਸਿਪਾਹੀ ਮਰਦੇ। ਤਬੇ ਦੀਵਾਨ ਬਿਲਦਾਰ ਬੁਲਾਏ। ਉਦੋਂ ਫਿਰ ਖਾਲਸਾ ਜੀ ਬੇਲਦਾਰ, ਜਿਹੜਾ ਜੰਗਲ ਦੀ ਸਾਰੀ ਖਬਰ ਰੱਖਦਾ, ਲਖਪਤ ਰਾਏ ਨੇ ਬੇਲਦਾਰ ਬੁਲਾਇਆ। ਵਿਕਟ ਠੌਰ ਤੈ ਰਾਹ ਬਣਵਾਏ। ਕਹਿੰਦਾ ਆ ਜੰਗਲ ਨੂੰ ਵੱਢਣਾ ਸ਼ੁਰੂ ਕਰ ਦਿਓ, ਕੋਈ ਜੰਗਲ ਨਾ ਛੱਡੋ ਜਿੱਥੇ ਜਿੱਥੇ ਸਿੱਖ ਰਹਿ ਰਹੇ ਨੇ, ਤੇ ਤੋਪਾਂ ਲੰਘਣ ਵਾਸਤੇ ਇੱਕ ਰਸਤਾ ਬਣਾ ਦਿਓ, ਕਿਉਂਕਿ ਤੋਪਾਂ ਬਹੁਤ ਵੱਡੀਆਂ ਸਨ ਆਕਾਰ ਦੇ ਵਿੱਚ, ਹਾਥੀਆਂ ਊਂਠਾਂ ਨਾਲ ਝੋਟਿਆਂ ਨਾਲ ਖਿੱਚ ਕੇ ਲਿਜਾ ਰਹੇ ਸੀ,
ਕਹਿੰਦਾ ਵੀ ਤੋਪਾਂ ਨੂੰ ਲਿਜਾਣ ਵਾਸਤੇ ਰਸਤੇ ਵੱਖਰੇ ਬਣਾਓ। ਜਿੱਧਰ ਜਿੱਧਰ ਸਿੱਖ ਜਾ ਰਹੇ ਨੇ ਉਧਰੋਂ ਦਰਖਤ ਕੱਟਣੇ ਸ਼ੁਰੂ ਕਰ ਦੋ। ਮੈਨੂੰ ਅੱਜ ਸ਼ਾਮ ਤੱਕ ਕਾਹਨੂਵਾਲ ਦੇ ਛੰਭ ਦੇ ਵਿੱਚ ਸਿੱਖਾਂ ਦੀਆਂ ਲਾਸ਼ਾਂ ਨਜ਼ਰ ਆਉਣੀਆਂ ਚਾਹੀਦੀਆਂ। ਚੱਲ ਗਾੜੇ ਤੈਂ ਫੂਕ ਜਲਾਵੇ। ਸਿੰਘ ਹੁਣ ਜੰਗਲਾਂ ਵਿੱਚ ਇੰਨੇ ਖਾਲਸਾ ਜੀ ਲਖਪਤ ਰਾਏ ਨੇ ਬਾਹਰੋਂ ਜੰਗਲ ਨੂੰ ਅੱਗ ਲਵਾ ਦਿੱਤੀ। ਕਹਿੰਦਾ ਅੱਗ ਲਾ ਦਿਓ, ਜਦੋਂ ਅੱਗ ਲੱਗੇਗੀ ਆਪਣੇ ਆਪ ਹੀ ਵਿੱਚ ਸੜ ਜਾਣਗੇ। ਇਸ ਤਰ੍ਹਾਂ ਜੰਗਲ ਨੂੰ ਅੱਗ ਲਵਾ ਦਿੱਤੀ। ਸੇਧ ਧਰੇ ਤੁਰ ਤੋਪ ਚਲਾਵੇ। ਤੇ ਫਿਰ ਜੇ ਕਿਤੇ ਗੁਰੂ ਕੇ ਸਿੱਖ ਦੀ ਦਸਤਾਰ ਚਮਕਦੀ, ਉੱਥੇ ਸਿੱਖ ਦਾ ਨਿਸ਼ਾਨਾ ਬਣ ਕੇ ਖਾਲਸਾ ਜੀ ਤੋਪ ਦਾ ਗੋਲਾ ਛਡਵਾਉਂਦਾ। ਤਬ ਸਿੰਘਨ ਕੋ ਬਹੁਤ ਸਤਾਇਆ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਦੇ ਉੱਤੇ ਇਸ ਨੇ ਬਹੁਤ ਤਸ਼ੱਦਦ ਤੇ ਜ਼ੁਲਮ ਕਮਾਇਆ। ਖਾਣੇ ਨੂੰ ਕੁਛ ਹੱਥ ਨਾ ਆਇਆ। ਆ ਗੁਰੂ ਕੇ ਸਿੱਖ ਜਿਹੜੇ ਕਾਹਨੂਵਾਲ ਦੇ ਛੰਭ ਵਿੱਚ ਨੇ ਸਾਲਾਂ ਤੋਂ ਭੁੱਖਾਂ ਕੱਟ ਰਹੇ ਆ ਤੇ ਅੱਜ ਲੜ ਰਹੇ ਨੇ ਤੇ ਅੱਜ ਵੀ ਖਾਣ ਵਾਸਤੇ ਕੋਲ ਦਾਣੇ ਨਹੀਂ। ਭੁੱਖੇ ਹੋਏ ਸਿੰਘ ਆਗੇ ਤੁਰੇ। ਹੁਣ ਭੁੱਖੇ ਨੇ, ਭੁੱਖਾਂ ਵਿੱਚ ਵੀ ਮੁਕਾਬਲੇ ਕਰ ਰਹੇ ਤੇ ਮੁਕਾਬਲਾ ਕਰਦੇ ਕਰਦੇ ਹੁਣ ਕਾਹਨੂਵਾਲ ਦੇ ਛੰਭ ਤੋਂ ਅਗਾਂਹ ਨੂੰ ਤੁਰੇ। ਚੱਲੋ ਬਾਹਰ ਸਿੰਘ ਨਿਕਰੇ। ਖਾਲਸਾ ਜੀ ਕਾਹਨੂਵਾਲ ਦੇ ਛੰਭ ਤੋਂ ਬਾਹਰ ਆ ਗਏ। ਦੋਹਰਾ ਕਿਤੇ ਉਰਾਰ ਨਾ ਚੱਲ ਬੜੇ, ਕਿਤੇ ਪਾਰ ਚੱਲ ਮਾਹੇ। ਹੁਣ ਕਿਤੇ ਖਾਲਸਾ ਜੀ ਦਰਿਆ ਆ ਗਿਆ, ਰਾਵੀ ਦਰਿਆ, ਤੇ ਕਦੇ ਰਾਵੀ ਦਰਿਆ ਦੇ ਉਰਲੇ ਬੰਨੇ, ਕਦੇ ਰਾਵੀ ਦਰਿਆ ਦੇ ਪਾਰਲੇ ਬੰਨੇ। ਇਸ ਤਰ੍ਹਾਂ ਗੁਰੂ ਕੇ ਸਿੰਘ ਮੋਰਚੇ ਸਾਂਭੀ ਜਾਂਦੇ। ਐਸੇ ਐਸੇ ਜਤਨ ਸੋ ਸੋ ਆਗੇ ਜਾਹੇ। ਹੁਣ ਇਸ ਤਰ੍ਹਾਂ ਯਤਨ ਕਰਕੇ ਗੁਰੂ ਕੇ ਸਿੱਖ ਰਾਵੀ ਦਰਿਆ ਦੇ ਨਾਲ ਨਾਲ ਤੁਰੇ ਜਾਂਦੇ ਨੇ। ਚੋਪਈ ਤਬ ਦਰਿਆਏ ਭਿਓ ਅਤ ਤਾਰੂ। ਹੁਣ ਦਰਿਆ ਦੇ ਨਾਲ ਜਾ ਰਹੇ ਨੇ, ਜਾਂਦੇ ਜਾਂਦੇ ਕਹਿੰਦੇ ਦਰਿਆ ਵੀ ਭੀੜਾ ਹੋ ਗਿਆ। ਤੇ ਜਿੱਥੇ ਦਰਿਆ ਭੀੜਾ ਹੁੰਦਾ ਉੱਥੇ ਪਾਣੀ ਵੀ ਅਤ ਡੂੰਘਾ ਹੁੰਦਾ ਤੇ ਪਾਣੀ ਆਉਂਦਾ ਵੀ ਤੇਜ਼ ਬਹਾਵ ਦੇ ਨਾਲ ਹੈ। ਸਿੰਘ ਹੋਏ ਗਏ ਰਾਵੀ ਪਾਰ। ਉੱਥੇ ਫਿਰ ਗੁਰੂ ਕੇ ਸਿੰਘ ਰਾਵੀ ਦਰਿਆ ਨੂੰ ਪਾਰ ਕਰ ਗਏ, ਕਿਉਂਕਿ ਇਹ ਹੁਣ ਬਸੋਲੀ, ਕਸੋਲੀ, ਪੜੋਲ, ਕਠੂਹੇ ਵੱਲ ਜਾਣਾ ਚਾਹੁੰਦੇ ਸਨ। ਪਾਰ ਪਾਰ ਸਿੰਘ ਮੋਹਰੇ ਜਾਵੇ। ਤਾਂ ਖਾਲਸਾ ਜੀ ਇਸ ਤਰ੍ਹਾਂ ਰਾਵੀ ਦਰਿਆ ਨੂੰ ਪਾਰ ਕਰਕੇ ਸਿੰਘ ਮੂਹਰੇ ਮੂਹਰੇ ਅੱਗੇ ਹੋ ਕੇ ਜਾਂਦੇ ਨੇ। ਪਾਛੇ ਫੌਜ ਤੁਰਕ ਕੀ ਤੇ ਆਵੇ। ਪਿੱਛੋਂ ਤੁਰਕਾਂ ਦੀਆਂ ਫੌਜਾਂ ਚੜ ਕੇ ਇਹਨਾਂ ਦਾ ਪਿੱਛਾ ਕਰ ਰਹੀਆਂ। ਨੈ ਡੇਰੋ ਸਿੰਘ ਕਰਨਾ ਮਿਲੇ। ਤੇ ਖਾਲਸਾ ਜੀ ਗੁਰੂ ਕੇ ਸਿੱਖਾਂ ਦੇ ਉੱਤੇ ਲਗਾਤਾਰ ਤੋਪਾਂ ਦੇ ਗੋਲੇ ਛੱਡੇ ਜਾ ਰਹੇ, ਬੰਦੂਕਾਂ ਚਲਾਈਆਂ ਜਾ ਰਹੀਆਂ। ਸਿੱਖਾਂ ਨੂੰ ਡੇਰਾ ਕਰਨ ਵਾਸਤੇ, ਰੁਕਣ ਵਾਸਤੇ ਕੋਈ ਵੀ ਥਾਂ ਨਸੀਬ ਨਹੀਂ ਹੋ ਰਿਹਾ। ਕਹੂੰ ਰਾਤ ਕਹੂੰ ਦਿਲ ਹੂੰ ਚਲੇ। ਕਹਿੰਦੇ ਦਿਨ ਤੋਂ ਲੈ ਕਰਕੇ ਰਾਤ ਹੋ ਗਈ ਤੇ ਲਗਾਤਾਰ ਗੁਰੂ ਕੇ ਸਿੰਘ ਤੁਰੀ ਜਾ ਰਹੇ ਨੇ, ਤੁਰੀ ਜਾ ਰਹੇ ਨੇ, ਚੱਲੀ ਜਾ ਰਹੇ ਨੇ। ਖੜਨ ਵਾਸਤੇ ਵੀ ਗੁਰੂ ਕੇ ਸਿੱਖਾਂ ਨੂੰ ਸਮਾਂ ਨਹੀਂ ਸੀ ਮਿਲ ਰਿਹਾ। ਕਿੰਨਾ ਭਿਆਨਕ ਸਮਾਂ ਹੋਵੇਗਾ ਵੀ ਸਿੱਖ ਚੱਲ ਰਹੇ ਨੇ, ਗੋਲੀਆਂ ਚੱਲ ਰਹੀਆਂ, ਤੋਪਾਂ ਚੱਲ ਰਹੀਆਂ ਤੇ ਖੜਨ ਵਾਸਤੇ ਵੀ ਸਿੱਖਾਂ ਨੂੰ ਸਮਾਂ ਨਹੀਂ ਮਿਲ ਰਿਹਾ। ਨੈ ਸਿੰਘਨ ਕਛਰੇ ਹੋ ਪੱਲੇ। ਹੁਣ ਗੁਰੂ ਕੇ ਸਿੱਖਾਂ ਦਾ ਇੰਨਾ ਉੱਥੇ ਨੁਕਸਾਨ ਹੋਇਆ ਵੀ ਗੁਰੂ ਕੇ ਸਿੱਖਾਂ ਦੇ ਕੋਲ ਹਥਿਆਰ ਵੀ ਬਹੁਤੇ ਨਾ ਰਹਿ ਗਏ। ਭਾਰ ਬਰਦਾਰੀ ਬਿਨ ਕਿਆ ਚੱਲੇ। ਕਿਉਂਕਿ ਜਦੋਂ ਖਾਲਸਾ ਜੀ ਕੋਲ ਹਥਿਆਰ ਨਾ ਹੋਣ, ਹਥਿਆਰਾਂ ਤੋਂ ਬਿਨਾਂ ਫਿਰ ਜੰਗਾਂ ਨਹੀਂ ਕੀਤੀਆਂ ਜਾਂਦੀਆਂ। ਗੋਲੀ ਦਾਰੂ ਕਹੂੰ ਪਹੁੰਚੇ ਨਹੀਂ। ਤੇ ਗੁਰੂ ਕੇ ਸਿੰਘਾਂ ਕੋਲ ਨਾ ਕੋਈ ਗੋਲੀ ਤੇ ਨਾ ਬੰਦੂਕਾਂ ਤੇ ਨਾ ਹੀ ਤੋਪਾਂ ਨੇ। ਕਾਕੂ ਸਿੰਘ ਸੋ ਕਰੇ ਲੜਾਈ। ਕਿਸ ਚੀਜ਼ ਦੇ ਨਾਲ ਗੁਰੂ ਕੇ ਸਿੱਖ ਲੜਾਈ ਕਰ ਸਕਦੇ ਨੇ? ਸ਼ਸਤਰ ਕਾਟ ਤਖੁੰਡੇ ਹੋਏ। ਜਿਹੜੀਆਂ ਤੇਗਾਂ ਸੀ ਨਾ, ਖਾਲਸਾ ਜੀ ਸਾਡੇ ਬਜ਼ੁਰਗਾਂ ਨੇ 200 ਸਾਲ ਨਾ ਆ ਸ਼੍ਰੀ ਸਾਹਿਬ ਕਿਰਪਾਨ ਮਿਆਨ ਵਿੱਚ ਨਹੀਂ ਪਾਈ। ਮਿਆਨ ਵਿੱਚ ਉਦੋਂ ਪਾਉਂਦੇ ਆ ਜਦੋਂ ਜੰਗ ਸਮਾਪਤ ਹੋ ਗਏ ਹੁੰਦੇ ਆ। 200 ਸਾਲ ਲਗਾਤਾਰ ਜੰਗਲਾਂ ਵਿੱਚ ਰਹੇ ਤੇ 200 ਸਾਲ ਹੱਥਾਂ ਦੇ ਵਿੱਚ ਤੇਗਾਂ ਦੇ ਮੁੱਠੇ ਰਹੇ ਤੇ ਬਿਨਾਂ ਮਿਆਨ ਤੋਂ ਰਹੇ, ਕਿਉਂਕਿ ਦਿਨੇ ਵੀ ਹਮਲੇ ਹੋ ਰਹੇ ਤੇ ਰਾਤ ਵੀ ਹਮਲੇ ਹੋ ਰਹੇ। ਤੇ ਕਹਿੰਦੇ ਲੜਦੇ ਲੜਦੇ ਗੁਰੂ ਕੇ ਸਿੱਖਾਂ ਦੀਆਂ ਤੇਗਾਂ, ਸ਼ਮਸ਼ੀਰਾਂ ਉਹ ਵੀ ਖੁੰਡੀਆਂ ਹੋ ਚੁੱਕੀਆਂ ਨੇ। ਰਾਤ ਦਿਵਸ ਸਿੰਘ ਨਾਹੀ ਸੋਏ। ਨਾ ਦਿਨੇ ਸੌਣ ਨੂੰ ਮਿਲ ਰਿਹਾ, ਨਾ ਰਾਤ ਸੌਣ ਨੂੰ ਮਿਲ ਰਿਹਾ। ਬਸ ਇੱਕ ਗੱਲ ਉਹਨਾਂ ਦੇ ਮਨ ਦੇ ਵਿੱਚ ਹੈ ਵੀ ਹੁਣ ਪੰਥ ਦੀ ਸ਼ਾਨ ਬਰਕਰਾਰ ਰੱਖਣੀ ਹੈ। ਗਈ ਕਮਾਨ ਟੂਟ ਸੋ ਚਲਤੀ। ਤੇ ਖਾਲਸਾ ਜੀ ਜਿਹੜੇ ਤੀਰ ਸਨ, ਕਹਿੰਦੇ ਤੀਰ ਚਲਾ ਚਲਾ ਕੇ ਨਾ ਸਿੱਖਾਂ ਦੇ ਹੱਥਾਂ ਦੇ ਵਿੱਚ ਵੀ ਛਾਲੇ ਹੋ ਚੁੱਕੇ ਸੀ। ਉਂਗਲੀਆਂ ਦਾ ਮਾਸ ਲੈਣਾ ਸ਼ੁਰੂ ਹੋ ਚੁੱਕਿਆ ਸੀ। ਤੀਰ ਚਲਾ ਚਲਾ ਕੇ ਉਹਨਾਂ ਦੇ ਤੀਰ ਕਮਾਨ ਵੀ ਟੁੱਟ ਚੁੱਕੇ ਸੀ। ਉਹ ਮਹਾਨ ਕਮਾਈਆਂ ਵਾਲੇ ਗੁਰੂ ਕੇ ਸਿੱਖ ਜਿਹੜੇ ਉਦੋਂ ਵੀ ਝੁਕੇ ਨਹੀਂ। ਤੀਰ ਮੁੱਕੇ ਫਿਰ ਮਿਲੇ ਨਾ ਭਰਤੀ। ਤੇ ਖਾਲਸਾ ਜੀ ਇੱਕ ਵਾਰੀ ਤੀਰ ਮੁੱਕ ਗਏ ਹੋਣ ਤੇ ਜੰਗਲਾਂ ਵਿੱਚ ਦੁਬਾਰਾ ਤੀਰ ਕਿੱਥੋਂ ਮਿਲਣੇ ਨੇ?
ਉੱਥੇ ਦੁਬਾਰਾ ਤੀਰ ਵੀ ਨਹੀਂ ਮਿਲ ਰਹੇ। ਨੇਜੇ ਫਲ ਰਹੇ ਦੁਸ਼ਮਣ ਤਨ ਮੈਂ। ਤੇ ਜਿਹੜੇ ਗੁਰੂ ਕੇ ਸਿੱਖਾਂ ਕੋਲ ਬਰਛੇ ਸੀ, ਨੇਜੇ ਸੀ, ਉਹ ਖਾਲਸਾ ਜੀ ਜਦੋਂ ਬਰਛਾ ਮਾਰਦੇ ਸੀ, ਕਹਿੰਦੇ ਮਾਰ ਮਾਰ ਕੇ ਬਰਛੇ ਵੀ ਟੁੱਟ ਚੁੱਕੇ ਸੀ, ਹੁਣ ਬਰਛੇ ਵੀ ਨਹੀਂ ਸੀ ਰਹਿ ਗਏ, ਕੇਵਲ ਤੇ ਕੇਵਲ ਹੱਥਾਂ ਵਿੱਚ ਮੋٹے ਮੋٹے ਸੋਟੇ ਹੀ ਰਹਿ ਗਏ ਬਰਛਿਆਂ ਦੇ। ਅੱਗੋਂ ਜਿਹੜੇ ਉਹ ਤਿੱਖੇ ਤਿੱਖੇ ਸੂਏ ਉਹ ਨਿਕਲ ਗਏ ਸੀ, ਉਹ ਉਹਨਾਂ ਦੇ ਸਰੀਰ ਵਿੱਚ ਹੀ ਰਹਿ ਜਾਂਦੇ ਜਦੋਂ ਮਾਰਦੇ। ਹੁਣ ਸੋਟਿਆਂ ਦੇ ਨਾਲ ਹੀ ਗੁਰੂ ਕਾ ਖਾਲਸਾ ਜੰਗ ਕਰ ਰਿਹਾ। ਘਾੜੂ ਲੱਭੇ ਸੁਨਾਹੀ ਬਨ ਮੈਂ। ਹੁਣ ਖਾਲਸਾ ਜੀ ਜੰਗਲਾਂ ਦੇ ਵਿੱਚ ਕਿਹੜੇ ਲੋਹਾਰ ਬੈਠੇ ਜਿਹੜੇ ਸ਼ਸਤਰ ਬਣਾ ਕੇ ਦੇਣ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਤਰ੍ਹਾਂ ਦੇ ਹਾਲਾਤ ਸਿੰਘਾਂ ਦੇ ਬਣ ਗਏ। ਬਿਨਾ ਦਾਣੇ ਭਏ ਘੋੜੇ ਮਾੜੇ। ਨਾ ਸਿੰਘਾਂ ਨੂੰ ਖਾਣ ਵਾਸਤੇ ਕੁਝ ਮਿਲਦਾ ਤੇ ਨਾ ਘੋੜਿਆਂ ਨੂੰ ਖਾਣ ਲਈ ਦਾਣੇ ਮਿਲਦੇ। ਸਿੰਘ ਤੇ ਭੁੱਖਾਂ ਕੱਟ ਹੀ ਰਹੇ, ਨਾਲ ਨਾਲ ਸਿੰਘਾਂ ਦੇ ਘੋੜੇ ਵੀ ਭੁੱਖਾਂ ਹੀ ਕੱਟ ਰਹੇ ਨੇ। ਬਿਨ ਬਸਤਰ ਤਨ ਧੂਪ ਸੁਸਾੜੇ। ਤੇ ਖਾਲਸਾ ਜੀ ਤਨ ਉੱਤੇ ਪਾਉਣ ਵਾਸਤੇ ਵਸਤਰ ਨਹੀਂ ਗਏ, ਬਸ ਸਿਰਾਂ ਤੇ ਦਮਾਲੇ ਤੇ ਚਾਦਰੇ ਉਹੀ ਬੁੱਕਲ ਮਾਰੀ ਹੁੰਦੀ ਸੀ, ਉਹ ਵੀ ਪਾਟ ਚੁੱਕੀਆਂ ਸੀਗੀਆਂ, ਤੇ ਕੇਵਲ ਕਸ਼ਹਿਰੀ ਗੋਡਿਆਂ ਤੱਕ ਉਹਨਾਂ ਨੇ ਆਪਣੇ ਤਨ ਤੇ ਪਾਏ ਹੋਏ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਜੰਗ ਦੇ ਵਿੱਚ ਨਾਲੇ ਤੇ ਸਰੀਰ ਤੇ ਕੰਡੇ ਵੱਜਦੇ ਤੇ ਉੱਤੋਂ ਧੁੱਪ ਤਨ ਸਾੜਦੀ ਹੈ, ਤਿੱਖੀ ਧੁੱਪ ਪੈ ਰਹੀ ਹੈ, ਤਿੱਖੀ ਧੁੱਪ ਦੇ ਨਾਲ ਤਨ ਸੜਦਾ, ਸਰੀਰ ਸੜਦਾ। ਚਲਾਉਣ ਵਾਸਤੇ ਹਥਿਆਰ ਨਹੀਂ, ਖਾਣ ਵਾਸਤੇ ਦਾਣੇ ਨਹੀਂ, ਪਹਿਨਣ ਵਾਸਤੇ ਵਸਤਰ ਨਹੀਂ, ਪਰ ਫਿਰ ਵੀ ਗੁਰੂ ਕੇ ਖਾਲਸੇ ਝੁਕਦੇ ਨਹੀਂ, ਲਗਾਤਾਰ ਮੁਕਾਬਲੇ ਕਰਦੇ ਨੇ। ਆਟਾ ਦਾਣਾ ਨਹੀਂ ਕਿਆ ਪਾਵੈ। ਤੇ ਖਾਲਸਾ ਜੀ ਨਾ ਹੀ ਕੋਈ ਆਟਾ ਤੇ ਨਾ ਦਾਣਾ ਜਿਹੜਾ ਉਹ ਖੁਦ ਛਕ ਸਕਣ ਤੇ ਘੋੜਿਆਂ ਨੂੰ ਛਕਾ ਸਕਣ। ਪਾਣੀ ਪੀਤੈ ਹੱਥ ਨਾ ਆਵੈ। ਤੇ ਪੀਣ ਵਾਸਤੇ ਗੁਰੂ ਕੇ ਸਿੱਖਾਂ ਨੂੰ ਪਾਣੀ ਵੀ ਨਹੀਂ ਸੀ ਨਸੀਬ ਹੋ ਰਿਹਾ। ਕਿੱਡਾ ਵੱਡਾ ਸੰਘਰਸ਼ ਇਸ ਕਾਹਨੂਵਾਲ ਦੇ ਛੰਭ ਦੇ ਵਿੱਚ ਬਜ਼ੁਰਗਾਂ ਨੇ ਕੀਤਾ ਵੀ ਖਾਣ ਵਾਸਤੇ ਦਾਣੇ ਤਾਂ ਇੱਕ ਪਾਸੇ, ਪੀਣ ਵਾਸਤੇ ਪਾਣੀ ਵੀ ਨਹੀਂ ਸੀ ਮਿਲ ਰਿਹਾ। ਦੋਹਰਾ ਅੱਧੀ ਮੌਤ ਮੁਸਾਫਰੀ, ਸਾਰੀ ਮੌਤ ਸੋ ਭੁੱਖ। ਭਾਈ ਰਤਨ ਸਿੰਘ ਭੰਗੂ ਕਹਿੰਦੇ ਕੋਈ ਕਿਤੇ ਯਾਤਰਾ ਤੇ ਜਾਵੇ ਮੁਸਾਫਰ ਬਣ ਕੇ, ਰਾਹੀ ਬਣ ਕੇ, ਤੇ ਖਾਲਸਾ ਜੀ ਅੱਧੀ ਮੌਤ ਤੇ ਕਹਿੰਦੇ ਮੁਸਾਫਰ ਦੀ ਉਦੋਂ ਹੋ ਜਾਂਦੀ ਹੈ ਜਦੋਂ ਮੀਲਾ ਬੱਧੀ ਪੈਦਲ ਤੁਰਨਾ ਪੈ ਜਾਵੇ। ਮੰਨ ਲਓ ਕੋਈ ਅੰਮ੍ਰਿਤਸਰ ਤੋਂ ਤਰਨਤਾਰਨ ਜਾਂ ਖਾਲਸਾ ਜੀ ਸਾਊਥ ਹਾਲ ਤੋਂ ਲੈਸਟਰ ਨੂੰ ਬੰਦੇ ਨੇ ਪੈਦਲ ਜਾਣਾ ਹੋਵੇ ਤੇ ਆਪਣੇ ਆਪ ਪਤਾ ਲੱਗ ਜਾਂਦਾ ਵੀ ਕਿੰਨਾ ਕਿ ਸੌਖਾ। ਪਰ ਪੈਦਲ ਤੁਰ ਤੁਰ ਕੇ ਕਹਿੰਦੇ ਮੁਸਾਫਰ ਦੀ ਅੱਧੀ ਮੌਤ ਹੋ ਜਾਂਦੀ ਹੈ, ਮਤਲਬ ਸਰੀਰ ਇਨਾ ਥੱਕ ਜਾਂਦਾ ਹੈ। ਤੇ ਪੈਦਲ ਚੱਲ ਚੱਲ ਕੇ ਮੀਲਾਂ ਬੱਧੀ ਅੱਗੇ ਜਾ ਕੇ ਪ੍ਰਸ਼ਾਦਾ ਨਾ ਮਿਲੇ ਛਕਣ ਵਾਸਤੇ, ਕਹਿੰਦੇ ਪੂਰੀ ਮੌਤ ਉਦੋਂ ਹੋ ਜਾਂਦੀ ਹੈ ਜਦੋਂ ਸਰੀਰ ਥੱਕਿਆ ਹੋਵੇ, ਸਰੀਰ ਨੂੰ ਭੁੱਖ ਲੱਗੀ ਹੋਵੇ, ਚੱਲ ਕੇ ਆਇਆ ਹੋਵੇ ਤੇ ਅੱਗੇ ਆ ਕੇ ਪ੍ਰਸ਼ਾਦਾ ਵੀ ਨਾ ਮਿਲੇ, ਮੁਸਾਫਰ ਦੀ ਪੂਰੀ ਮੌਤ ਉੱਥੇ ਹੋ ਜਾਂਦੀ ਹੈ। ਉਹ ਆਏ ਦੋ ਮਿਲੇ ਐ ਭਿਓ ਖਾਲਸੇ ਦੁੱਖ। ਬਸ ਆਈ ਦੁੱਖ ਅੱਜ ਖਾਲਸੇ ਤੇ ਆ ਕੇ ਪਿਆ ਵੀ ਕਾਹਨੂਵਾਲ ਦੇ ਛੰਭ ਤੋਂ ਸ਼ੁਰੂ ਹੋਏ ਨੇ, ਮੀਲਾਂ ਬੱਧੀ ਤੁਰੇ ਜਾ ਰਹੇ ਨੇ, ਤੁਰੇ ਜਾ ਰਹੇ ਨੇ, ਪੜੋਲ ਕਠੂਹੇ ਪਹਾੜਾਂ ਤੇ ਪਹੁੰਚ ਗਏ। ਪਰ ਖਾਲਸਾ ਜੀ ਨਾ ਛਕਣ ਵਾਸਤੇ ਕੁਝ ਮਿਲਿਆ, ਨਾ ਪਹਿਨਣ ਵਾਸਤੇ ਕੱਪੜੇ ਮਿਲੇ। ਜਦੋਂ ਪਹਾੜਾਂ ਤੇ ਪਹੁੰਚੇ ਇਸ ਕਰਕੇ ਵੀ ਉੱਥੇ ਪਹਾੜੀ ਲੋਕ ਨੇ ਮਦਦ ਕਰਨਗੇ, ਪਰ ਪਹਾੜੀ ਲੋਕ ਅੱਗੋਂ ਪਹਿਲਾਂ ਹੀ ਤਿਆਰ ਬੈਠੇ ਸੀ ਵੀ ਸਿੰਘ ਇੱਕ ਵਾਰੀ ਆਉਣ ਸਹੀ, ਪਕੜ ਕੇ ਸਿਰ ਵੱਢ ਕੇ ਲਾਹੌਰ ਦਰਬਾਰ ਵਿੱਚ ਪੇਸ਼ ਕਰਾਂਗੇ। ਜਦੋਂ ਪਹਾੜਾਂ ਨੂੰ ਗਏ ਉਹਨਾਂ ਨੇ ਤੋਪਾਂ ਦੇ ਗੋਲੇ ਮਾਰਨੇ ਸ਼ੁਰੂ ਕਰ ਦਿੱਤੇ। ਉਧਰੋਂ ਫਿਰ ਗੁਰੂ ਕੇ ਸਿੱਖ ਹੋਰ ਪਹਾੜੀਆਂ ਨੂੰ ਜਾਂਦੇ ਨੇ ਵੀ ਫੌਜਾਂ ਖਹਿੜਾ ਛੱਡਣ, ਪਰ ਖਾਲਸਾ ਜੀ ਹਰ ਇੱਕ ਪਹਾੜੀ ਦੇ ਉੱਤੇ 10-10 ਹਜ਼ਾਰ ਦੀ ਗਿਣਤੀ ਦੇ ਵਿੱਚ ਸਿਪਾਹੀ ਤਿਆਰ ਬੈਠਾ ਸੀ ਵੀ ਜਿੱਥੇ ਸਿੱਖ ਨਜ਼ਰ ਆਇਆ ਤੋਪ ਦੇ ਗੋਲੇ ਨਾਲ ਉਡਾ ਦਿੱਤਾ ਜਾਵੇਗਾ। ਉਸ ਤੋਂ ਬਾਅਦ ਪਹਾੜਾਂ ਨੂੰ ਛੱਡ ਕੇ ਦੁਬਾਰਾ ਫਿਰ ਰੜੇ ਮੈਦਾਨ ਵਿੱਚ ਆਏ। ਇੱਥੇ ਕਹਿੰਦੇ ਭਾਈ ਸੁੱਖਾ ਸਿੰਘ ਜੀ ਜਿਨ੍ਹਾਂ ਮੱਸੇ ਰੰਗੜ ਦਾ ਸਿਰ ਵੱਢਿਆ, ਉਹਨਾਂ ਨੇ ਇੱਕ ਵਾਰੀ ਜਜ਼ਬੇ ਦੇ ਨਾਲ ਕਿਹਾ ਸਿੱਖਾਂ ਨੂੰ ਕਿ ਮੈਂ ਜਾ ਕੇ ਲਖਪਤ ਰਾਏ ਦਾ ਸਿਰ ਵੱਢਾਂਗਾ, ਜਿਹੜਾ ਮੇਰੇ ਨਾਲ ਚੱਲਣਾ ਚਾਹੁੰਦਾ ਤੇ ਨਾਲ ਆ ਜਾਵੇ ਪਰ ਪਿੱਠ ਨਾ ਵਿਖਾਵੇ। ਉਦੋਂ ਭਾਈ ਸੁੱਖਾ ਸਿੰਘ ਘੋੜੇ ਤੇ ਸਵਾਰ ਹੋ ਕੇ ਲਖਪਤ ਰਾਏ ਵੱਲ ਗਏ, ਪਰ ਕਹਿੰਦੇ ਫੌਜਾਂ ਇੰਨੀ ਵੱਡੀ ਗਿਣਤੀ ਵਿੱਚ ਸਨ। ਉੱਥੋਂ ਕਹਿੰਦੇ ਇੱਕ ਸਿਪਾਹੀ ਨੇ ਤੋਪ ਦੇ ਗੋਲੇ ਦਾ ਨਿਸ਼ਾਨਾ ਬੰਨ ਕੇ ਭਾਈ ਸੁੱਖਾ ਸਿੰਘ ਵੱਲ ਛੱਡਿਆ। ਖਾਲਸਾ ਜੀ ਭਾਈ ਸੁੱਖਾ ਸਿੰਘ ਦੀ ਲੱਤ ਦੇ ਉੱਤੇ ਆ ਕੇ ਤੋਪ ਦਾ ਗੋਲਾ ਵੱਜਿਆ। ਜਦੋਂ ਤੋਪ ਦਾ ਗੋਲਾ ਲੱਤ ਤੇ ਵੱਜਾ, ਭਾਈ ਸੁੱਖਾ ਸਿੰਘ ਜੀ ਦੀ ਅੱਧੀ ਲੱਤ ਗੋਡੇ ਤੱਕ, ਉਹ ਸਰੀਰ ਤੋਂ ਵੱਖਰੀ ਹੋ ਗਈ, ਕੇਵਲ ਗੋਡੇ ਤੱਕ ਦੀ ਅੱਧੀ ਲੱਤ ਬਚ ਗਈ। ਤੇ ਭਾਈ ਸੁੱਖਾ ਸਿੰਘ ਸ਼ਹੀਦਾਂ ਨੂੰ ਐਵੇਂ ਨਹੀਂ ਯਾਦ ਕੀਤਾ ਜਾਂਦਾ। ਖਾਲਸਾ ਜੀ ਭਾਈ ਸੁੱਖਾ ਸਿੰਘ ਨੇ ਬੜੀ ਫੁਰਤੀ ਦੇ ਨਾਲ ਕਹਿੰਦੇ ਆਪਣਾ ਇਹ ਗਲ ਵਿੱਚ ਲੈਣ ਵਾਲਾ ਪੱਲਾ ਹਜੂਰੀਆ
ਲੈ ਕਰਕੇ ਕਹਿੰਦੇ ਗੋਡੇ ਤੱਕ ਦੀ ਜਿਹੜੀ ਲੱਤ ਬਚੀ ਸੀ ਘੋੜੇ ਦੇ ਕਾਠੀ ਨਾਲ ਬੰਨ੍ਹ ਦਿੱਤੀ ਵੀ ਘੋੜੇ ਤੋਂ ਥੱਲੇ ਨਾ ਗਿਰ ਜਾਣ, ਤੇ ਘੋੜੇ ਦੀ ਕਾਠੀ ਨਾਲ ਬੰਨ੍ਹ ਕੇ ਦੁਬਾਰਾ ਫਿਰ ਮੁਕਾਬਲਾ ਕਰਨ ਲੱਗ ਪਏ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਉੱਥੇ ਸੰਘਰਸ਼ ਕੀਤਾ। ਇਸ ਤਰ੍ਹਾਂ ਖਾਲਸਾ ਜੀ ਲਖਪਤ ਰਾਏ ਦੀ ਫੌਜਾਂ ਦਾ, ਮੁਗਲ ਹਕੂਮਤ ਦੀ ਫੌਜਾਂ ਦਾ ਮੁਕਾਬਲਾ ਕਰਦੇ ਰਹੇ। ਚੌਪਈ ਅਬ ਸੁਨ ਫਿਰ ਸਭ ਹਨ ਕੀ ਬਾਤ। ਭਾਈ ਰਤਨ ਸਿੰਘ ਭੰਗੂ ਕਹਿੰਦੇ ਹੁਣ ਅੱਗੇ ਸੁਣੋ ਬਾਕੀ ਸਾਰੇ ਗੁਰੂ ਕੇ ਸਿੰਘਾਂ ਦੇ ਨਾਲ ਕੀ ਕੁਝ ਵਰਤ ਰਿਹਾ। ਜਿਨ ਜਿਨ ਆਈ ਥੀ ਬਿਦਨ ਰਾਤ। ਖਾਲਸਾ ਜੀ ਜਿਨ੍ਹਾਂ ਜਿਨ੍ਹਾਂ ਸਿੰਘਾਂ ਦੇ ਉੱਤੇ ਮੌਤ ਦੀ ਰਾਤ ਆ ਕੇ ਮੰਡਰਾ ਰਹੀ ਸੀ, ਉਹਨਾਂ ਦੀ ਗਿਣਤੀ ਹੁਣ ਭਾਈ ਰਤਨ ਸਿੰਘ ਭੰਗੂ ਦੱਸਣਗੇ ਵੀ ਇਸ ਕਾਹਨੂਵਾਲ ਦੇ ਸ਼ੰਭ ਦੇ ਛੋਟੇ ਘੱਲੂਕਾਰੇ ਵਿੱਚ ਕਿੰਨੇ ਗੁਰਸਿੱਖਾਂ ਦੀ ਸ਼ਹਾਦਤ ਹੋਈ ਸੀ। ਜੋ ਜੰਗਲ ਮੈਂ ਪੁੱਜੇ ਸੋ ਬਾਚੇ। ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਹੜੇ ਬਚ ਗਏ ਉਹ ਜੰਗਲਾਂ ਨੂੰ ਆ ਗਏ। ਕੁਝ ਕੂ ਮਾਝੇ ਵੜ ਲੁਕ ਮੁੜ ਹਾਚੇ। ਤੇ ਕਈ ਗੁਰੂ ਕੇ ਸਿੱਖ ਮਾਝੇ ਦੇ ਇਲਾਕੇ ਨੂੰ ਚਲੇ ਗਏ, ਇਸ ਤਰ੍ਹਾਂ ਖਿੰਡ ਗਏ। ਉਹ ਜੋ ਪੜੋਲ ਫੜੇ ਸੋ ਮਾਰੇ। ਤੇ ਜਿਹੜੇ ਪਹਾੜਾਂ ਨੂੰ ਗਏ ਸੀ ਉਹ ਪਹਾੜੀਆਂ ਨੇ ਪਕੜ ਪਕੜ ਕੇ ਮਾਰ ਦਿੱਤੇ। ਕਈ ਪਹਾੜਨ ਮੈਂ ਰਹੇ ਤਾਰਾ ਤਹਾਰੇ। ਤੇ ਕਈਆਂ ਨੂੰ ਪਹਾੜੀਆਂ ਨੇ ਗ੍ਰਿਫਤਾਰ ਕਰ ਲਿਆ। ਬਹੁਤੇ ਜੇਹਲਨ ਬਸੋਲੀਆਂ ਕਰਕੇ। ਜੇਹਲਮ ਤੇ ਬਸੋਲੀਏ ਇਹਨਾਂ ਨੇ ਖਾਲਸਾ ਜੀ ਬਹੁਤ ਗੁਰੂ ਕੇ ਸਿੱਖਾਂ ਦੇ ਸਿਰ ਕਲਮ ਕਰ ਦਿੱਤੇ। ਹੱਥ ਹਥੌੜੀ ਗਲ ਟੰਕ ਭਰ ਕੇ। ਤੇ ਖਾਲਸਾ ਜੀ ਥੋੜੀਆਂ ਦੇ ਨਾਲ ਕਹਿੰਦੇ ਗਲਾਂ ਦੇ ਵਿੱਚ ਕਿੱਲ ਠੋਕਦੇ ਸਨ, ਇਸ ਤਰ੍ਹਾਂ ਤਸੀਹੇ ਦਿੰਦੇ ਸਨ। ਪਾਸ ਨਵਾਬ ਗਏ ਤੇ ਸਾਰੇ। ਤੇ ਸਿਰ ਵੱਢ ਕੇ ਕਹਿੰਦੇ ਤਸੀਹੇ ਦੇ ਕੇ ਬਾਅਦ ਵਿੱਚ ਲਾਹੌਰ ਦੇ ਨਵਾਬ ਕੋਲ ਗਏ। ਉਨਕੇ ਸੀਸਨ ਬੁਰਜੇ ਉਸਾਰੇ। ਕਹਿੰਦੇ ਇੰਨਾ ਢੇਰ ਲੱਗ ਗਿਆ ਸੀ ਸਿੱਖਾਂ ਦੇ ਸਿਰਾਂ ਦਾ ਵੀ 20-20 ਫੁੱਟ ਉੱਚੇ ਬੁਰਜ ਉਸਾਰੇ ਜਾਣ। ਭਾ 20 ਫੁੱਟ ਦਾ ਕੋਈ ਥੰਬ ਹੋਵੇ ਨਾ, 20 ਫੁੱਟ ਦਾ ਬੁਰਜ, 20 ਫੁੱਟ ਜਿੰਨੇ ਸਿੱਖਾਂ ਦੇ ਸਿਰਾਂ ਦੇ ਢੇਰ ਲੱਗ ਗਏ ਸੀ, ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੇ ਸਿਰ ਵੱਢੇ ਗਏ ਸਨ। ਖਾਲਸਾ ਜੀ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਗੁਰਸਿੱਖੀ ਨਿਭਾਈ ਹੈ, ਸਿੱਖੀ ਸਿਦਕ ਨਿਭਾਇਆ। ਕਿੰਨੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਹੋਣਗੀਆਂ ਵੀ 20-20 ਫੁੱਟ ਜਿੰਨੇ ਗੁਰੂ ਕੇ ਸਿੱਖਾਂ ਦੇ ਸਿਰਾਂ ਦੇ ਢੇਰ ਹੀ ਲੱਗ ਗਏ। ਇਸ ਤਰ੍ਹਾਂ ਕਹਿੰਦੇ ਸਿਰ ਵੱਢ ਕੇ ਉੱਥੇ ਲੈ ਕੇ ਗਏ। ਇੱਕ ਵਾਰ ਸਾਰੇ ਇਹਨਾਂ ਸ਼ਹੀਦਾਂ ਦਾ ਧਿਆਨ ਧਰ ਕੇ ਸਾਰੇ ਬੋਲੋ ਸਤਨਾਮ ਸ਼੍ਰੀ, ਸਤਨਾਮ ਸ਼੍ਰੀ। ਜਿਨ੍ਹਾਂ ਸ਼ਹੀਦਾਂ ਨੇ ਆਪਣੇ ਸਿਰਾਂ ਦੀ ਬਾਜ਼ੀਆਂ ਲਾ ਕੇ ਸਿਰ ਕੁਰਬਾਨ ਕਰਕੇ ਖਾਲਸਾ ਜੀ ਸਾਡੇ ਸਾਰਿਆਂ ਦੇ ਸਿਰ ਬਚਾ ਲਏ। ਜੇ ਅੱਜ ਸਾਡੇ ਸਿਰ ਦੁਨੀਆ ਵਿੱਚ ਉੱਚੇ ਹੋ ਕਰਕੇ ਚੱਲ ਰਹੇ ਤਾਂ ਕਿਉਂਕਿ ਸਾਡੇ ਪੂਰਵਜਾਂ ਨੇ ਸਾਡੀ ਖਾਤਰ ਆਪਣੇ ਸਿਰ ਕੁਰਬਾਨ ਕਰਵਾਏ। ਸੋ ਇਸ ਤਰ੍ਹਾਂ ਲਾਹੌਰ ਦੇ ਵਿੱਚ ਜਾ ਕਰਕੇ ਸਿੱਖਾਂ ਦੇ ਸਿਰਾਂ ਦੇ ਢੇਰ ਲਾ ਦਿੱਤੇ। ਬਚੇ ਸਿੰਘ ਕਿਛ ਹਿੱਸਾ ਥੋੜਾ। ਹੁਣ ਕਹਿੰਦੇ ਨਾਮ ਮਾਤਰ ਹੀ ਗੁਰੂ ਕੇ ਸਿੰਘ ਬਚ ਗਏ, ਬਿਲਕੁਲ ਥੋੜੀ ਗਿਣਤੀ ਦੇ ਵਿੱਚ। ਅਰੇ ਉਹ ਨਾ ਤਿੰਨ ਪੈ ਚੜਨੋਂ ਘੋੜਾ। ਤੇ ਜਿਹੜੇ ਬਚ ਵੀ ਗਏ ਉਹਨਾਂ ਕੋਲ ਨਾ ਖਾਣ ਵਾਸਤੇ ਕੁਝ ਬਚਿਆ, ਨਾ ਪਾਉਣ ਵਾਸਤੇ, ਨਾ ਚੜਨ ਵਾਸਤੇ ਕੋਈ ਘੋੜਾ ਬਚਿਆ। ਤੋਰਾ ਸੁੱਖਾ ਸਿੰਘ ਜੋ ਗਏ 1002 ਕੈ 3। ਤੇ ਜਿਹੜੇ ਭਾਈ ਸੁੱਖਾ ਸਿੰਘ ਜਿਨ੍ਹਾਂ ਦੀ ਲੱਤ ਟੁੱਟ ਚੁੱਕੀ ਸੀ, ਸਰੀਰ ਤੋਂ ਵੱਖ ਹੋ ਚੁੱਕੀ ਸੀ, ਉਹ ਬਾਅਦ ਵਿੱਚ ਇੱਕ ਵਾਰ ਵਾਪਸ ਆ ਚੁੱਕੇ ਸਨ। ਤੇ ਖਾਲਸਾ ਜੀ ਭਾਈ ਸੁੱਖਾ ਸਿੰਘ ਹੋਣਾ ਦੇ ਨਾਲ 2000 ਸਿੰਘ ਬਚ ਗਿਆ ਸੀ। ਇਨ ਮੈਂ ਘੋੜੇ ਜੋ ਬਚੇ ਉਹ ਬੀਜ ਮਾਤਰ ਗਿਣ ਲੀਨ। ਤੇ ਇਨ੍ਹਾਂ ਸਿੰਘਾਂ ਦੀ ਗਿਣਤੀ ਦੇ ਵਿੱਚ ਕਹਿੰਦੇ ਬੀਜ ਮਾਤਰ ਹੀ ਘੋੜੇ ਬਚੇ ਸੀ ਸਿੱਖਾਂ ਦੇ ਚਲਾਉਣ ਵਾਸਤੇ। ਚੌਪਈ ਕੋ ਕਹੇ ਮੋਏ 40,000। ਭਾਈ ਰਤਨ ਸਿੰਘ ਭੰਗੂ ਕਹਿੰਦੇ ਉਸ ਵਕਤ ਫਿਰ ਸਾਡੇ ਅੰਦਾਜ਼ਾ ਇਹ ਸੀ ਵੀ 40,000 ਗੁਰੂ ਕਾ ਸਿੱਖ ਸ਼ਹੀਦ ਹੋਇਆ। ਉਹ ਕਹੇ ਸਿੰਘ ਬਹੁ ਭਏ ਮਾਰ। ਪਰ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਦੋਂ ਮੈਂ ਖੋਜ ਕੀਤੀ, ਪੁੱਛਿਆ ਤਾਂ ਇਹੀ ਕਿਹਾ ਵੀ ਕੋਈ ਗਿਣਤੀ ਨਹੀਂ ਗਿਣੀ ਜਾ ਸਕਦੀ ਕਿ ਕਿੱਡੀ ਵੱਡੀ ਗਿਣਤੀ ਵਿੱਚ ਸ਼ਹੀਦ ਹੋਏ। 40,000 ਅੰਦਾਜ਼ਾ, ਪਰ ਅਸਲ ਵਿੱਚ ਜਿੰਨੇ ਸ਼ਹੀਦ ਹੋਏ ਨੇ ਉਹ 40,000 ਤੋਂ ਵੱਧ ਵੀ ਹੋ ਸਕਦੇ ਨੇ। ਕੋ ਕਹੇ ਸਿੰਘ 40 ਸਾਰੇ। ਤੇ ਖਾਲਸਾ ਜੀ ਇਸ ਤਰ੍ਹਾਂ ਕੋਈ ਕਹਿੰਦਾ ਵੀ ਨਹੀਂ 40,000 ਹੀ ਸਨ, ਭਾਵੇ ਵੀ ਏਡੀ ਵੱਡੀ ਗਿਣਤੀ ਦੇ ਵਿੱਚ ਸਿੰਘ ਸ਼ਹੀਦ ਹੋਏ ਵੀ ਪੂਰੀ ਤਰੀਕੇ ਦੇ ਨਾਲ ਗਿਣਤੀ ਨਹੀਂ ਗਿਣੀ ਜਾ ਸਕਦੀ। ਤਿੰਨ ਮੈਂ ਬਚੇ ਸੇ 7 ਸਕੂ ਸਾਰੇ। ਤੇ 40,000 ਦੇ ਵਿੱਚੋਂ ਕੇਵਲ 6-7 ਹੀ ਗੁਰੂ ਕੇ ਸਿੱਖ ਬਚੇ ਸਨ, ਬਾਕੀ ਸਾਰੇ ਸ਼ਹੀਦੀਆਂ ਪਾ ਗਏ। 40,000 ਚੋਂ ਕੇਵਲ 6-7 ਬਚੇ, ਬਾਕੀ ਸਾਰੇ ਤਨ ਕੁਰਬਾਨ ਕਰ ਗਏ। ਉਹ ਕਹੇ ਦਲ ਆਏ 50। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਵੀ ਇਤਿਹਾਸ ਵਿੱਚ ਆਉਂਦਾ ਹੈ ਕਿ 40 ਨਹੀਂ ਜ਼ਿਆਦਾ ਇਸ ਕਰਕੇ ਮੰਨਦੇ ਨੇ ਕਿਉਂਕਿ ਉਸ ਸਮੇਂ ਬੁੱਢੇ ਦਲ ਦੇ ਵਿੱਚ 50,000 ਸਿੱਖ ਸੀ।
ਤੇ ਕਹਿੰਦੇ ਇਸ ਕਰਕੇ ਉਸ ਸਮੇਂ ਲੱਗਦਾ ਵੀ 50,000 ਤੱਕ ਸ਼ਹਾਦਤਾਂ ਪਹੁੰਚੀਆਂ ਹੋਣਗੀਆਂ, ਕਿਉਂਕਿ ਸਾਰੇ ਦਾ ਸਾਰਾ ਪੰਥ ਉੱਥੇ ਲੜਿਆ, ਜੰਗ ਦੇ ਮੈਦਾਨ ਦੇ ਵਿੱਚ ਜੂਝਿਆ। ਇਸ ਤਰ੍ਹਾਂ ਖਾਲਸਾ ਜੀ ਭਾਈ ਰਤਨ ਸਿੰਘ ਭੰਗੂ ਸ਼ਹੀਦਾਂ ਦੀ ਗਿਣਤੀ ਦੱਸਦੇ ਨੇ। ਤਿੰਨ ਮੈਂ ਭਿਓ 40 ਕੋ ਨਾਸ। ਤੇ ਕਹਿੰਦੇ 50,000 ਜਾਂ 40,000, ਪਰ ਗੱਲ ਇਹ ਆ ਵੀ ਗੁਰੂ ਕੇ ਸਿੰਘਾਂ ਨੇ ਏਡੀ ਵੱਡੀ ਗਿਣਤੀ ਵਿੱਚ ਤਨ ਕੁਰਬਾਨ ਕੀਤੇ, ਜਿਨ੍ਹਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ। ਉਹ ਕਹੇ ਸਿੰਘ ਹੋਤੇ ਘਣੇ। ਸੋ ਖਾਲਸਾ ਜੀ ਇਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸਿੰਘ ਹੁੰਦੇ ਹਨ, ਪਰ ਖਾਲਸਾ ਪੰਥ ਦੀ ਖਾਤਰ ਉਹਨਾਂ ਤਨ ਕੁਰਬਾਨ ਕਰ ਦਿੱਤੇ। ਪਰਤ ਨਹੀਂ ਜੇ ਮੂਏ ਗਣੇ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਸ਼ਹੀਦੀਆਂ ਹੋਈਆਂ, ਇਸ ਕਰਕੇ ਕੱਲੇ ਕੱਲੇ ਸਿੰਘ ਦਾ ਪਤਾ ਲਾਉਣਾ ਵੀ ਮੁਸ਼ਕਲ ਸੀ, ਕਿਉਂਕਿ ਜੰਗ ਦੇ ਮੈਦਾਨ ਵਿੱਚ ਜਦੋਂ ਤੋਪ ਦੇ ਗੋਲੇ ਵੱਜਦੇ ਨੇ ਖਾਲਸਾ ਜੀ, ਦੁਬਾਰਾ ਜਾ ਕੇ ਪਹਿਚਾਣ ਨਹੀਂ ਕੀਤੀ ਜਾਂਦੀ। ਪਰ ਵੇਖੋ ਸਾਡੇ ਸ਼ਹੀਦ ਸਿੰਘ, ਸਾਡੇ ਪੂਰਵਜ, ਉਹਨਾਂ ਦੀ ਕਿਹੜਾ ਕੋਈ ਨਿੱਜੀ ਲੜਾਈ ਸੀ ਜਾਂ ਕਿਸੇ ਜ਼ਮੀਨ ਜਾਇਦਾਦ ਦੇ ਪਿੱਛੇ ਕੋਈ ਜੰਗ ਸੀ। ਕੇਵਲ ਤੇ ਕੇਵਲ ਇੱਕ ਸਿੱਖੀ ਦੀ ਖਾਤਰ ਤੇ ਸਮਾਜ ਦੇ ਭਲੇ ਦੀ ਖਾਤਰ ਉਹ ਲੜ ਰਹੇ ਸਨ। ਸੋ ਲਿਖ ਦੀਨੀ ਜੋ ਹਮ ਸੁਣੀ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਜੋ ਮੈਂ ਸੁਣਿਆ ਸੀਗਾ ਸ਼ਹੀਦਾਂ ਦੇ ਬਾਰੇ, ਉਹ ਮੈਂ ਲਿਖ ਦਿੱਤਾ ਹੈ। ਪਰਤ ਨਹੀਂ ਕੁਛ ਗਿਣਤੀ ਗਣੀ। ਇਸ ਕਰਕੇ ਉਹਨਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ। ਬਹੁਤ ਵੱਡੀ ਗਿਣਤੀ ਵਿੱਚ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਜੋ ਮੋਹਿ ਪਿਤਾ ਥੋ ਮੋਹਿ ਸੁਨਾਇਓ। ਜੋ ਮੇਰੇ ਪਿਤਾ ਰਾਏ ਸਿੰਘ ਨੇ ਮੈਨੂੰ ਸੁਣਾਇਆ ਸੀ। ਰਤਨ ਸਿੰਘ ਨੇ ਸੋ ਲਿਖਾਇਓ। ਮੈਂ ਰਤਨ ਸਿੰਘ, ਭਾਈ ਰਤਨ ਸਿੰਘ ਭੰਗੂ ਕਹਿੰਦੇ ਰਤਨ ਸਿੰਘ ਨੇ ਉਹੀ ਲਿਖ ਦਿੱਤਾ ਹੈ। ਦੋਹਰਾ ਸੰਮਤ 1800 ਹੁਤੋ ਉੱਪਰ 300 ਸਾਲ। ਸੋ ਬਿਕਰਮੀ ਸੰਮਤ ਮੁਤਾਬਕ 1803 ਸੰਮਤ ਦਾ ਇਹ ਖਾਲਸਾ ਜੀ ਘੱਲੂਘਾਰਾ ਹੈ, ਜਦੋਂ 40,000 ਤੋਂ ਵੱਧ ਗਿਣਤੀ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ। ਘੱਲੂਘਾਰੋ ਵੱਡ ਕਰਿਓ ਤੁਰਕਨ ਸਿੰਘਨ ਨਾਲ। ਇਸ ਤਰ੍ਹਾਂ ਲਖਪਤ ਰਾਏ ਨੇ ਸ਼ਾਹ ਨਵਾਜ਼ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਿੰਘਾਂ ਦੇ ਉੱਤੇ ਇਹ ਘੱਲੂਘਾਰਾ ਭਾਵ ਬਹੁਤ ਵਾਧੀ ਕੀਤੀ, ਸਿੱਖਾਂ ਤੇ ਜ਼ੁਲਮ ਕੀਤਾ ਤੇ ਸਿੱਖਾਂ ਨੂੰ ਖਤਮ ਕਰਨ ਦੇ ਯਤਨ ਕੀਤੇ। ਦੋਹਰਾ ਤਬੇ ਖਾਲਸੇ ਦੁੱਖ ਲਿਓ ਵਿੱਚ ਝਾੜਨ ਅੜਿਓ ਨਾ ਜਾਏ। ਹੁਣ ਜਦੋਂ ਇਸ ਤਰ੍ਹਾਂ ਲਗਾਤਾਰ ਮੁਕਾਬਲਾ ਕਰਦੇ ਰਹੇ ਗੁਰੂ ਕੇ ਸਿੱਖ ਸ਼ਹੀਦੀਆਂ ਪਾਉਂਦੇ ਰਹੇ, ਤੇ ਬਾਅਦ ਵਿੱਚ ਖਾਲਸਾ ਜੀ ਜਿਹੜੇ ਸਿੱਖ ਬਚੇ ਸੀ ਉਹਨਾਂ ਨੇ ਫਿਰ ਇੱਕ ਵਿਚਾਰ ਕੀਤੀ ਵੀ ਕਦੋਂ ਤੱਕ ਜੰਗਲਾਂ ਵਿੱਚ ਝਾੜੀਆਂ ਵਿੱਚ ਜਾ ਕੇ ਲੜਦੇ ਰਵਾਂਗੇ। ਲੜੀਏ ਕੰਦਨ ਵਿੱਚ ਖੜੋ ਕੀਨੀ ਸਿੰਘਣ ਸਲਾਹ ਹੈ। ਇਸ ਕਰਕੇ ਹੁਣ ਕਿਲੇ ਬਣਾਈਏ, ਕੋਈ ਕਿਲਾ ਬਣਾ ਕਰਕੇ ਮਜ਼ਬੂਤ ਕਿਲੇ ਦੀਆਂ ਕੰਧਾਂ ਦਾ ਆਸਰਾ ਲੈ ਕਰਕੇ ਫਿਰ ਲੜੀ, ਕਿਉਂਕਿ ਹੁਣ ਪ੍ਰਸੰਗ ਉਹ ਵੀ ਆਵੇਗਾ ਵੀ ਰਾਮ ਰੋਣੀ ਦਾ ਕਿਲਾ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਬਣਿਆ। ਗੁਰੂ ਕੇ ਸਿੱਖ ਕਹਿੰਦੇ ਹੁਣ ਕਿਲੇ ਬਣਾਈਏ, ਕਿਲੇ ਬਣਾ ਕਰਕੇ ਲੜੀਏ। ਚੌਪਈ ਤਬ ਚਾਹੇ ਸਿੰਘ ਕੰਧ ਬਣਾਈ। ਉਦੋਂ ਫਿਰ ਖਾਲਸਾ ਜੀ ਗੁਰੂ ਕੇ ਸਿੱਖ ਚਾਹੁੰਦੇ ਸਨ ਵੀ ਕਿਲੇ ਵਰਗੀਆਂ ਮਜ਼ਬੂਤ ਕੰਧਾਂ ਖੜੀਆਂ ਕਰਕੇ ਫਿਰ ਮੋਰਚਾ ਬੰਦੀ ਕਰਕੇ ਸਿੱਖਾਂ ਦੇ ਦੁਸ਼ਮਣਾਂ ਦੇ ਨਾਲ ਟਾਕਰਾ ਕਰੀਏ। ਅੜਨੋਂ ਲੜਨੋਂ ਮਰਨੋਂ ਵਾਹੀ। ਤੇ ਜਿਹੜਾ ਦੁਸ਼ਮਣ ਆ ਰਿਹਾ ਇਸ ਦੁਸ਼ਮਣ ਦੇ ਨਾਲ ਮੁਕਾਬਲਾ ਕਰੀਏ। ਜਦੋਂ ਕਿਲੇ ਦੀਆਂ ਮਜ਼ਬੂਤ ਕੰਧਾਂ ਹੋਣਗੀਆਂ ਤੇ ਦੁਸ਼ਮਣ ਦਾ ਵੀ ਨੁਕਸਾਨ ਹੋਵੇਗਾ ਤੇ ਦੁਸ਼ਮਣ ਦਾ ਵੀ ਜਿਹੜਾ ਇਹ ਮੋਰਚੇ ਬੰਦੀ ਕਰਕੇ ਦੁਸ਼ਮਣ ਦਾ ਖਾਤਮਾ ਕੀਤਾ ਜਾਵੇਗਾ। ਕੋਈ ਕਹੇ ਲਿਓ ਕਿਲਾ ਮੱਲ। ਤੇ ਕੋਈ ਗੁਰੂ ਕੇ ਸਿੱਖ ਕਹਿੰਦੇ ਵੀ ਕਿਲਾ ਬਣਾਉਣ ਨਾਲੋਂ ਕਿਸੇ ਕਿਲੇ ਤੇ ਕਬਜ਼ਾ ਕਰ ਲੈਨੇ ਆ, ਕੋਈ ਕਿਲਾ ਮੱਲ ਲੈਨੇ ਹਾਂ। ਉਹ ਕਹੇ ਝਾੜੀ ਪੀ ਭੱਲ। ਤੇ ਕੋਈ ਗੁਰੂ ਕਾ ਸਿੱਖ ਕਹਿੰਦਾ ਵੀ ਝਾੜੀਆਂ 'ਚ ਹੀ ਠੀਕ ਹੈ, ਜੰਗਲਾਂ ਦੇ ਵਿੱਚ ਹੀ ਮੋਰਚਾ ਬੰਦੀ ਠੀਕ ਹੈ, ਇੱਥੇ ਹੀ ਲੜੀ ਜਾਂਦੇ ਹਾਂ। ਜੁੜ ਸਿਆਣਨ ਨੇ ਆਖੀ ਫੇਰ। ਉਦੋਂ ਫਿਰ ਜਿਹੜੇ ਪੰਥ ਦੇ ਸੂਰਬੀਰ ਯੋਧੇ ਉਹਨਾਂ ਪੰਥ ਦੇ ਜਰਨੈਲਾਂ ਨੇ ਇੱਕ ਗੁਰਮਤਾ ਕੀਤਾ, ਬਿਨਾ ਆਸਰੇ ਬਚੇ ਨਾ ਸ਼ੇਰ। ਕਿ ਆਸਰੇ ਤੋਂ ਬਿਨਾ ਤੇ ਸ਼ੇਰ ਵੀ ਨਹੀਂ ਬਚਦਾ। ਬੱਬਰ ਸ਼ੇਰ ਵੀ ਜਿੱਥੇ ਸ਼ਿਕਾਰ ਕਰਦਾ, ਸ਼ਿਕਾਰ ਕਰਨ ਤੋਂ 100 ਮੀਲ ਦੂਰ ਜਾ ਕਰਕੇ ਫਿਰ ਆਪ ਦਾ ਟਿਕਾਣਾ ਕਰਦਾ। ਬੱਬਰ ਸ਼ੇਰ ਵੀ ਆਪ ਦਾ ਟਿਕਾਣਾ ਵੱਖਰਾ ਤੇ ਸ਼ਿਕਾਰ ਕਿਤੇ ਹੋਰ ਖੇਡ ਕੇ ਆਉਂਦਾ। ਤੇ ਆਸਰੇ ਤੋਂ ਬਿਨਾ ਆਪਣੇ ਟਿਕਾਣੇ ਤੋਂ ਬਿਨਾ ਤੇ ਬੱਬਰ ਸ਼ੇਰ ਵੀ ਸ਼ਿਕਾਰ ਨਹੀਂ ਕਰਦਾ। ਉਹ ਪੀ ਬਚੇ ਆਸਰੇ ਝੱਲ। ਉਹ ਵੀ ਤਾਂ ਹੀ ਬਚਦਾ ਜੇ ਉਹਦੇ ਕੋਲ ਕੋਈ ਆਪਣਾ ਟਿਕਾਣਾ ਤੇ ਆਸਰਾ ਹੈ। ਲਾਏ ਦੀਵਾਨ ਖਾਲਸੇ ਕਰੀ ਗੱਲ। ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਦੀਵਾਨ ਲਾ ਕੇ ਗੁਰਮਤਾ ਕੀਤਾ। ਸਿੰਘ ਸਿਦਕਿਆਨ ਨੇ ਵਿਚਾਰੀ। ਉਦੋਂ ਫਿਰ ਸਿਦਕਵਾਨ ਗੁਰੂ ਕੇ ਸਿੱਖਾਂ ਨੇ ਇਸ ਗੱਲ ਤੇ ਵਿਚਾਰ ਕੀਤੀ ਕਿਮ ਲੜੀਏ ਔਰ ਕਿਲੇ ਮਝਾਰੀ। ਕਿ ਕਿਸ ਤਰ੍ਹਾਂ ਲੜੀਏ
ਕਿਸ ਤਰ੍ਹਾਂ ਕਿਲੇ ਬਣਾਈਏ। ਛੋੜੇ ਅੰਮ੍ਰਿਤਸਰ ਗੁਰ ਦਰਬਾਰ, ਕਹਿੰਦੇ ਅੰਮ੍ਰਿਤਸਰ ਦੀ ਧਰਤੀ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਜੰਗ ਕਰਦੇ ਹਾਂ, ਕੈਰੋ ਪਾਂਡੋ ਮੋਏ ਭੂਮ ਵਿਚਾਰ। ਕਿਉਂਕਿ ਜਿਹੜੇ ਕੈਰੋ ਤੇ ਪਾਂਡਵ ਜਿਹੜੀ ਕੈਰੋਆਂ ਤੇ ਪਾਂਡਵਾਂ ਦੀ ਲੜਾਈ ਹੋਈ ਸੀ, ਉਹਨਾਂ ਨੇ ਵੀ ਆਪਣੇ ਟਿਕਾਣੇ ਛੱਡ ਕੇ ਕੁਰੂਕਸ਼ੇਤਰ ਦੀ ਰਣ ਭੂਮੀ ਵਿੱਚ ਜਾ ਕੇ ਲੜਾਈ ਕੀਤੀ ਸੀ। ਦੋਹਰਾ ਜੈਸੀ ਭੂਮ ਕੁਲਸ਼ੇਤਰੀ, ਤੈਸੀ ਟਿਕ ਗੁਰਦੁਆਰ। ਤੇ ਖਾਲਸਾ ਜੀ ਗੁਰੂ ਕੇ ਸਿੱਖ ਕਹਿਣ ਲੱਗੇ ਵੀ ਉਹਨਾਂ ਤੇ ਕੁਰੂਕਸ਼ੇਤਰ ਦਾ ਮੈਦਾਨ ਚੁਣਿਆ ਵੀ ਉਥੇ ਖਾਲਸਾ ਜੀ ਅੱਜ ਵੀ ਤੀਰਥ ਮੰਨਿਆ ਜਾਂਦਾ। ਕੁਰੂਕਸ਼ੇਤਰ ਦੀ ਧਰਤੀ ਨੂੰ ਪਵਿੱਤਰ ਨਗਰੀ ਸਰਕਾਰ ਵੱਲੋਂ ਐਲਾਨਿਆ ਗਿਆ। ਤੇ ਗੁਰੂ ਕੇ ਸਿੰਘ ਗੁਰਮਤਿ ਕਰਨ ਲੱਗੇ ਵੀ ਜਿਸ ਤਰ੍ਹਾਂ ਸਨਾਤਨ ਮਤ ਮੁਤਾਬਕ ਕੁਰੂਕਸ਼ੇਤਰ ਦੀ ਧਰਤੀ ਪਵਿੱਤਰ ਹੈ, ਇਸੇ ਤਰ੍ਹਾਂ ਕੁਰੂਕਸ਼ੇਤਰ ਦੀ ਧਰਤੀ ਨਾਲੋਂ ਵੀ ਵੱਧ ਮਹਾਤਮ ਅੰਮ੍ਰਿਤਸਰ ਦੀ ਧਰਤੀ ਦਾ ਹੈ। ਅਸੀਂ ਜੰਗ ਕਰਾਂਗੇ ਪਰ ਅੰਮ੍ਰਿਤਸਰ ਦੀ ਧਰਤੀ ਤੇ ਕਿਲਾ ਬਣਾਵਾਂਗੇ ਤੇ ਇੱਥੇ ਰਹਿ ਕੇ ਹੀ ਜੰਗ ਕਰਾਂਗੇ। ਮਰੇ ਸੁਟਿਕ ਗੁਰਦੁਆਰ ਕੇ, ਸਿੱਖ ਹੋ ਸੁਣੋ ਜੋ ਜਨਮ ਹਜ਼ਾਰ। ਕਿਉਂਕਿ ਜੇ ਅੰਮ੍ਰਿਤਸਰ ਦੀ ਧਰਤੀ ਇਹ ਐਸੀ ਮਹਾਨ ਪਵਿੱਤਰ ਧਰਤੀ ਹੈ, ਬਖਸ਼ਿਸ਼ਾਂ ਵਾਲੀ ਧਰਤੀ ਹੈ ਕਿ ਜੇ ਇੱਥੇ ਜੰਗ ਕਰਕੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਵੀ ਹੋ ਗਏ ਨਾ ਤੇ ਕਲਗੀਆਂ ਵਾਲੇ ਦੀ ਗੋਦ ਮਿਲੂਗੀ ਤੇ ਅੱਗੇ ਆਉਣ ਵਾਲੇ ਹਜ਼ਾਰ ਜਨਮਾਂ ਦੇ ਵਿੱਚ ਵੀ ਸਿੱਖ ਦੇ ਘਰ ਵਿੱਚ ਹੀ ਜਨਮ ਲਵਾਂਗੇ। ਇਸ ਤਰ੍ਹਾਂ ਸਿੱਖ ਕਹਿੰਦੇ ਵੀ ਜੇ ਮਰ ਵੀ ਗਏ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਆਉਣ ਵਾਲੇ ਜਨਮਾਂ ਸਿੱਖਾਂ ਘਰ ਜਨਮ ਲਵਾਂਗੇ, ਕਿਤੇ ਹੋਰ ਨਹੀਂ ਜਾਵਾਂਗੇ। ਤਬੇ ਭੂਮਿਕਾ ਦੇਖਣ ਚਾਹੇ। ਇਸ ਤਰ੍ਹਾਂ ਖਾਲਸਾ ਜੀ ਗੁਰੂ ਕੇ ਸਿੱਖਾਂ ਨੇ ਫਿਰ ਉਹ ਧਰਤੀ ਚੁਣਨੀ ਸ਼ੁਰੂ ਕਰ ਦਿੱਤੀ ਵੀ ਕਿੱਥੇ ਕਿਲਾ ਬਣਾਈਏ। ਕਿਹੀ ਬਾਤ ਇੱਕ ਸਿਆਣੇ ਆਹੇ। ਇਹਨਾਂ ਵਿੱਚੋਂ ਫਿਰ ਇੱਕ ਗੁਰੂ ਕਾ ਸਿਆਣਾ ਜਰਨੈਲ ਬਜ਼ੁਰਗ ਸੂਝਵਾਨ ਸਿੱਖ ਕਹਿਣ ਲੱਗਾ, ਪਾਂਚ ਸਾਰ ਜੋ ਗੁਰੂ ਬਣਾਏ। ਕਿ ਜਿਹੜੇ 5 ਸਰੋਵਰ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਣਾਏ ਨੇ, ਜਿਵੇਂ ਕਿ ਖਾਲਸਾ ਜੀ ਸੰਤੋਖਸਰ ਸਾਹਿਬ, ਬਬੇਕਸਰ ਸਾਹਿਬ, ਰਾਮਸਰ ਸਾਹਿਬ, ਕੌਲਸਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ। ਕਹਿੰਦੇ ਜਿਹੜੇ 5 ਸਰੋਵਰ ਸਤਿਗੁਰੂ ਗੁਰੂ ਰਾਮਦਾਸ ਜੀ ਸਤਿਗੁਰਾਂ ਨੇ ਇਸ ਅੰਮ੍ਰਿਤਸਰ ਦੀ ਧਰਤੀ ਤੇ ਬਣਵਾਏ ਨੇ। ਕੁਰੂਕਸ਼ੇਤਰ ਕੇ ਅਦਕ ਰਚਾਏ। ਤੇ ਇਨ੍ਹਾਂ ਸਰੋਵਰਾਂ ਦੇ ਇਸ਼ਨਾਨ ਦਾ ਤੇ ਇਨ੍ਹਾਂ ਸਰੋਵਰਾਂ ਦਾ ਮਹਾਤਮ ਕੁਰੂਕਸ਼ੇਤਰ ਦੀ ਧਰਤੀ ਤੋਂ ਵੀ ਵੱਧ ਹੈ। ਕੁਰੂਕਸ਼ੇਤਰ ਦੀ ਧਰਤੀ ਤੇ ਖਾਲਸਾ ਜੀ ਬ੍ਰਹਮ ਸਰੋਵਰ ਹੈ ਤੇ ਉੱਥੇ ਸਨਾਤਨ ਮਤ ਦੇ ਪੈਰੋਕਾਰ ਕੁਰੂਕਸ਼ੇਤਰ ਦੀ ਧਰਤੀ ਤੇ ਬ੍ਰਹਮ ਸਰੋਵਰ ਵਿੱਚ ਜਾ ਕਰਕੇ ਇਸ਼ਨਾਨ ਕਰਦੇ। ਕੁਰੂਕਸ਼ੇਤਰ ਦੀ ਧਰਤੀ ਜਿੱਥੇ ਮਹਾਭਾਰਤ ਹੋਈ ਹੈ, ਉਸ ਬ੍ਰਹਮ ਸਰੋਵਰ ਦੇ ਕਿਨਾਰੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵੀ ਅਸਥਾਨ ਹੈ। ਗੁਰਦੁਆਰਾ ਸਿੱਧਵਟੀ ਸਾਹਿਬ, ਜਿਸ ਦਾ ਪ੍ਰਬੰਧ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ। ਸਿੱਧਵਟੀ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਸ ਕਰ ਮੂਰਖ ਝਗੜੇ ਸ਼ਬਦ ਉਚਾਰਨ ਕੀਤਾ ਸੀ। ਤੇ ਉੱਥੇ ਨਾਲ ਹੀ ਖਾਲਸਾ ਜੀ ਇੱਕ ਪਾਸੇ ਬ੍ਰਹਮ ਸਰੋਵਰ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸਕ ਸਥਾਨ ਹੈ। ਉਸ ਅਸਥਾਨ ਦੀ ਸੇਵਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਭਾ ਰਹੀ ਹੈ। ਸੋ ਇਸ ਤਰ੍ਹਾਂ ਬ੍ਰਹਮ ਸਰੋਵਰ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੀ ਨਿਰੰਕਾਰ ਦਾ ਹੋਕਾ ਦੇਣ ਵਾਸਤੇ ਗਏ ਸਨ। ਤੇ ਗੁਰੂ ਕੇ ਸਿੱਖ ਹੁਣ ਕਹਿੰਦੇ ਵੀ ਜਿਸ ਤਰ੍ਹਾਂ ਕੁਰੂਕਸ਼ੇਤਰ ਦੀ ਧਰਤੀ ਦਾ ਮਹਾਤਮ ਮੰਨਿਆ ਜਾਂਦਾ ਹੈ, ਅੰਮ੍ਰਿਤਸਰ ਦੇ 5 ਸਰੋਵਰਾਂ ਦਾ ਮਹਾਤਮ ਵੀ ਇਸ ਤਰ੍ਹਾਂ ਮਹਾਨ ਪਵਿੱਤਰ ਹੈ। ਇਸ ਤੇ ਭੂਮ ਔਰ ਕਤ ਭਲੀ। ਤੇ ਅੰਮ੍ਰਿਤਸਰ ਦੀ ਧਰਤੀ ਨੂੰ ਛੱਡ ਕੇ ਹੋਰ ਕਿਤੇ ਕਿਉਂ ਜਾਈਏ। ਇਹ ਤਾਜੇ ਔਰ ਲਈਏ ਜਹ ਚੱਲੀ। ਇਸ ਕਰਕੇ ਇਹ ਧਰਤੀ ਨੂੰ ਛੱਡ ਕੇ ਕਿਤੇ ਹੋਰ ਜਾਣ ਦੀ ਬਜਾਏ ਇੱਥੇ ਹੀ ਆਸਰਾ ਲੈਂਦੇ ਹਾਂ। ਗੁਰਦੁਆਰੇ ਹੀ ਮਰਨੋਂ ਚਾਹੀਏ। ਗੁਰੂ ਦੇ ਘਰ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਹੀ ਮਰ ਕੇ ਆਤਮ ਪਦਵੀ ਨੂੰ ਪ੍ਰਾਪਤ ਹੋਵਾਂਗੇ। ਭਾਵ ਮਰੋਂ ਤਾਂ ਹਰ ਕੇ ਦਵਾਰ, ਮਰਨਾ ਤੇ ਸਾਰਿਆਂ ਨੇ ਹੈ, ਪਰ ਜੇ ਰੱਬ ਦੇ ਚਰਨਾਂ ਵਿੱਚ ਕੋਈ ਮਰ ਜਾਵੇ ਤੇ ਉਹਦੇ ਵਰਗੀ ਮੌਤ ਨਹੀਂ। ਸੋ ਕਹਿੰਦੇ ਇੱਥੇ ਜੰਗ ਦੇ ਮੈਦਾਨ ਵਿੱਚ ਜੂਝਾਂਗੇ ਤੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹੀ ਸ਼ਹੀਦ ਹੋਵਾਂਗੇ। ਦੋਹਰਾ ਇਹਾ ਸੋ ਕੰਧ ਬਣਾਏ, ਕਿਛ ਤੁਰਕਨ ਸੋ ਕਰੋ ਜੰਗ। ਤਾਂ ਗੁਰੂ ਕੇ ਸਿੱਖਾਂ ਨੇ ਕਿਹਾ ਵੀ 5 ਸਰੋਵਰਾਂ ਚੋਂ ਕੋਈ ਇੱਕ ਸਰੋਵਰ ਚੁਣ ਲਓ ਜਿੱਥੇ ਕਿਲਾ ਬਣਾਈਏ, ਕਿਲੇ ਵਰਗੀਆਂ ਮਜ਼ਬੂਤ ਕੰਧਾਂ ਖੜੀਆਂ ਕਰੀਏ ਤੇ ਫਿਰ ਇੱਥੇ ਰਹਿ ਕਰਕੇ ਤੁਰਕਾਂ ਦੇ ਨਾਲ ਜੰਗ ਕਰੀਏ। ਮਰੇ ਤਾਂ ਸਵਰਗ ਸਿਧਾਰ ਹੈ, ਬਚ ਲਏ ਪਾਤਸ਼ਾਹੀ ਅੰਗ। ਤੇ ਇੱਕ ਸਿੱਖ ਕਹਿੰਦਾ ਵੀ ਜੇ ਮਰ ਗਏ ਤੇ ਸਵਰਗਾਂ ਨੂੰ ਜਾਵਾਂਗੇ ਤੇ ਜੇ ਬਚ ਗਏ ਫਿਰ ਰਾਜ ਭਾਗ ਮਾਨਾਂਗੇ। ਤਬੇ ਖਾਲਸੇ ਉਸਕ ਉਹ ਕਹੀ ਹਮ ਇਹ ਸੁਨੇ ਨਾ ਗੱਲ। ਤੇ ਜਦੋਂ ਇੱਕ ਸਿੱਖ ਨੇ ਕਿਹਾ ਨਾ ਵੀ ਜੇ ਤੇ ਮਰ ਗਏ ਤੇ ਸਵਰਗਾਂ ਨੂੰ ਤੇ ਜੇ ਬਚ ਗਏ ਫਿਰ ਰਾਜ ਭਾਗ ਮਾਨਾਂਗੇ, ਇੱਕ ਸਿੱਖ ਕਹਿੰਦਾ ਵੀ ਆਹ ਗੱਲ ਤੇਰੀ ਗੁਰਮਤ ਤੇ ਨਹੀਂ ਟੁਕਦੀ।
ਕਿਉਂਕਿ ਗੁਰਮਤ ਦੇ ਵਿੱਚ, ਗੁਰੂ ਨਾਨਕ ਦੇ ਘਰ ਦੇ ਵਿੱਚ ਰਾਜ ਭਾਗ ਲਈ ਜਾਂ ਸਵਰਗਾਂ ਵਾਸਤੇ ਨਹੀਂ। ਇੱਥੇ ਤੇ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਕਹਿੰਦੇ ਤੇਰੀਆਂ ਦੋਵੇਂ ਗੱਲਾਂ ਹੀ ਪ੍ਰਵਾਨ ਨਹੀਂ, ਨਾ ਸਾਨੂੰ ਰਾਜ ਚਾਹੀਦਾ ਨਾ ਸਾਨੂੰ ਮੁਕਤੀ ਚਾਹੀਦੀ ਹੈ, ਸਾਨੂੰ ਕੇਵਲ ਤੇ ਕੇਵਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਬਖਸ਼ਿਸ਼ ਚਾਹੀਦੀ ਹੈ। ਇਸ ਤਰ੍ਹਾਂ ਖਾਲਸਾ ਜੀ ਉਸ ਸਿੱਖ ਨੇ ਉਸ ਸਿੱਖ ਦੀ ਗੱਲ ਨੂੰ ਕੱਟ ਕੇ ਸਮਝਾਇਆ ਕਿ ਸਿੱਖਾ ਜੇ ਗੁਰੂ ਪੰਥ ਦੀ ਖਾਤਰ ਤਨ ਕੁਰਬਾਨ ਕਰਨਾ ਹੈ, ਫਿਰ ਮਨ ਵਿੱਚ ਇਹ ਧਰ ਕਿ ਜੇ ਮਰ ਵੀ ਗਏ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਚਰਨਾਂ ਤੋਂ ਕਦੇ ਦੂਰ ਨਾ ਕਰੀ। ਤੇ ਖਾਲਸਾ ਜੀ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਅੰਮ੍ਰਿਤਸਰ ਦੀ ਧਰਤੀ ਤੇ ਹਰਮੰਦਰ ਸਾਹਿਬ ਵਿਖੇ ਰਹਿ ਕਰਕੇ ਤਨ ਕੁਰਬਾਨ ਕੀਤੇ। ਖਾਲਸਾ ਜੀ ਕੋਈ ਆਪਣੇ ਘਰ ਦੀ ਸਫਾਈ ਕਰਦਾ ਨਾ, ਤੇ ਘਰਾਂ ਦੀ ਸਫਾਈ ਵੇਲੇ ਜਲ ਦੀ ਵਰਤੋਂ ਕਰਦਾ, ਘਰ ਨੂੰ ਧੋਣ ਵੇਲੇ। ਪਰ ਵੇਖੋ ਮਹਾਨ ਗੁਰੂ ਕੇ ਸਿੱਖਾਂ ਨੇ ਗੁਰੂ ਰਾਮਦਾਸ ਦੇ ਘਰ ਦੀ ਸਫਾਈ ਵਾਸਤੇ, ਇਸ਼ਨਾਨ ਵਾਸਤੇ ਆਪਣੇ ਤਨ ਦੇ ਲਹੂ ਨੂੰ ਡੋਲਿਆ, ਸਰੀਰ ਦੇ ਲਹੂ ਨੂੰ ਡੋਲਿਆ। ਤੇ ਹਰਮੰਦਰ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਜੇ ਕੋਈ ਭਾਵਨਾ ਨਾਲ ਜਾਵੇ ਨਾ, ਤੇ ਸੱਚ ਹੈ ਵੀ ਏਡੀ ਵੱਡੀ ਗਿਣਤੀ ਦੇ ਵਿੱਚ ਉੱਥੇ ਸਿੱਖ ਸੰਗਤ ਨਹੀਂ ਹੁੰਦੀ ਜਿੱਡੀ ਵੱਡੀ ਗਿਣਤੀ ਦੇ ਵਿੱਚ ਹਰਮੰਦਰ ਸਾਹਿਬ ਗੁਰੂ ਦੀਆਂ ਸ਼ਹੀਦੀ ਫੌਜਾਂ ਹੁੰਦੀਆਂ ਨੇ। ਉੱਥੇ ਅੱਜ ਵੀ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਗੁਰੂ ਕੇ ਸ਼ਹੀਦਾਂ ਦੇ ਸ਼ਹੀਦੀ ਫੌਜਾਂ ਦੇ ਪਹਿਰੇ ਲੱਗੇ ਹੀ ਰਹਿੰਦੇ ਨੇ। ਤੇ ਵੇਖੋ ਕੈਸੇ ਮਹਾਨ ਗੁਰੂ ਕੇ ਸਿੱਖ ਹੋਣਗੇ ਵੀ ਹਰਮੰਦਰ ਸਾਹਿਬ ਵਾਸਤੇ ਉਹ ਚਾਹੁੰਦੇ ਨੇ ਤਨ ਕੁਰਬਾਨ ਕਰਨਾ, ਸਿਰ ਧੜ ਦੀ ਬਾਜੀ ਲਾਉਣਾ, ਚਾਹੁੰਦੇ ਵੀ ਗੁਰੂ ਰਾਮਦਾਸ ਵਾਸਤੇ ਮਰ ਜਾਈਏ। ਤੇ ਸਿੱਖ ਨੇ ਕਿਹਾ ਵੀ ਮਰ ਗਏ ਤੇ ਸਵਰਗ ਮਿਲੇਗਾ, ਜੇ ਬਚ ਗਏ ਤੇ ਰਾਜ ਮਿਲੇਗਾ। ਤੇ ਸਿੱਖ ਕਹਿੰਦਾ ਵੀ ਗੁਰੂ ਰਾਮਦਾਸ ਦੇ ਘਰ ਦੇ ਵਾਸਤੇ ਜੇ ਕੁਰਬਾਨ ਹੋਣਾ, ਨਾ ਰਾਜ ਚਾਹੀਦਾ ਨਾ ਸਵਰਗ ਚਾਹੀਦਾ। ਕਿੱਡੀ ਵੱਡੀ ਭਾਵਨਾ। ਤੇ ਮੈਂ ਬੇਨਤੀ ਕਰਾਂ ਵੀ ਆਪਾਂ ਵੀ ਸਿੱਖਿਆ ਲਈਏ ਥੋੜੀ ਜਿਹੀ, ਵੀ ਜਦੋਂ ਹਰਮੰਦਰ ਸਾਹਿਬ ਜਾਈਏ ਨਾ ਤੇ ਆਪਾਂ ਵੀ ਅਰਦਾਸ ਕਰਕੇ ਤੁਰੀਏ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰੀ, ਆਪਣੇ ਚਰਨਾਂ ਦੀ ਬਖਸ਼ਿਸ਼, ਆਪਣੇ ਚਰਨਾਂ ਦੀ ਮੌਜ ਜ਼ਰੂਰ ਦੇ ਦੇਵੇ। ਬੰਦੇ ਨੂੰ ਤੇ ਕਮਰਾ ਨਾ ਮਿਲੇ ਹਰਮੰਦਰ ਸਾਹਿਬ, ਤੇ ਖਾਲਸਾ ਜੀ ਅਸਮਾਨ ਆਪਾਂ ਸਿਰ ਤੇ ਚੱਕ ਲੈਨੇ। ਪਰ ਨੈਗੇਟਿਵ ਪੱਖ ਵੇਖਣ ਦੀ ਬਜਾਏ ਪੋਜ਼ਿਟਿਵ ਪੱਖ ਇਹ ਵੇਖੀਏ ਵੀ ਸਾਡੇ ਪੂਰਵਜਾਂ ਨੇ ਤੇ ਹਰਮੰਦਰ ਸਾਹਿਬ ਵਾਸਤੇ ਸਿਰ ਧੜ ਦੀ ਬਾਜੀ ਲਾ ਕੇ ਸਵਰਗ ਵੀ ਨਹੀਂ ਮੰਗਿਆ, ਰਾਜ ਵੀ ਨਹੀਂ ਮੰਗਿਆ, ਜੇ ਮੰਗਿਆ ਤੇ ਗੁਰੂ ਰਾਮਦਾਸ ਦੇ ਚਰਨਾਂ ਦੀ ਬਖਸ਼ਿਸ਼ ਨੂੰ ਮੰਗਿਆ। ਸੋ ਇਸ ਤਰ੍ਹਾਂ ਆਪਾਂ ਵੀ ਜਦੋਂ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਜਾਈਏ ਦਰਸ਼ਨਾਂ ਵਾਸਤੇ, ਇਹੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਮਰੇ ਘਰਾਂ ਵਿੱਚ ਵੀ ਨੇ, ਸਾਰਾ ਕੁਝ ਘਰਾਂ ਵਿੱਚ ਮਿਲਦਾ, ਪਰ ਜਿਹੜੀ ਬਖਸ਼ਿਸ਼, ਜਿਹੜੀ ਰਹਿਮਤ ਗੁਰੂ ਰਾਮਦਾਸ ਦੇ ਘਰ ਵਿੱਚ ਮਿਲਦੀ ਹੈ, ਦੁਨੀਆ ਦੇ ਤਖਤੇ ਤੇ ਕਿਤੇ ਵੀ ਨਹੀਂ ਮਿਲਦੀ। ਸੋ ਇਸ ਤਰ੍ਹਾਂ ਖਾਲਸਾ ਜੀ ਗੁਰੂ ਕੇ ਸਿੱਖ ਉੱਥੇ ਜਾ ਕਰਕੇ ਅੰਮ੍ਰਿਤਸਰ ਦੀ ਧਰਤੀ ਤੇ ਇਹ ਗੁਰਮਤਾ ਕਰਦੇ ਨੇ। ਅਮਰੋ ਨਿਹਚਾ ਗੁਰੂ ਉਤੇ ਮਰੇ ਚਰਨ ਉਸ ਤਲ। ਸੋ ਗੁਰੂ ਕੇ ਸਿੱਖ ਕਹਿੰਦੇ ਸਾਡਾ ਭਰੋਸਾ, ਸਾਡਾ ਨਿਸ਼ਚਾ ਗੁਰੂ ਰਾਮਦਾਸ ਦੇ ਚਰਨਾਂ ਤੇ ਹੈ, ਹਰਮੰਦਰ ਸਾਹਿਬ ਤੇ ਹੈ। ਤੇ ਅਸੀਂ ਜੇ ਮਰਾਂਗੇ ਤੇ ਗੁਰੂ ਦੇ ਚਰਨਾਂ ਤੇ ਭਰੋਸਾ ਰੱਖ ਕੇ ਮਰ ਜਾਵਾਂਗੇ, ਪਰ ਗੁਰੂ ਤੋਂ ਜੇ ਮੰਗਾਂਗੇ, ਇਹ ਮੰਗਾਂਗੇ ਕਿ ਪਾਤਸ਼ਾਹ ਕਦੇ ਆਪਣੇ ਚਰਨਾਂ ਤੋਂ ਦੂਰ ਨਾ ਕਰਿਓ। ਤਬ ਇੱਕ ਸਿੰਘ ਸਿਆਣੇ ਕਹੀ, ਉਦੋਂ ਫਿਰ ਇੱਕ ਸਿਆਣੇ ਬਜ਼ੁਰਗ ਸੂਝਵਾਨ ਗੁਰੂ ਕੇ ਸਿੱਖ ਨੇ ਬਚਨ ਕੀਤਾ, ਸਭੀ ਬਾਤ ਇਹਾਂ ਮਿਲ ਅਹੀ। ਕਿ ਖਾਲਸਾ ਜੀ ਇੱਥੇ ਤਾਂ ਫਿਰ ਸਾਰਿਆਂ ਦੀ ਵਿਚਾਰ ਇੱਕ ਹੋ ਗਈ ਹੈ, ਇਸ ਕਰਕੇ ਹੁਣ ਗੁਰਮਤਾ ਪੱਕਾ ਕਰ ਦਈਏ। ਪੰਚੋ ਸਰ ਜੇ ਗੁਰੂ ਬਣਾਏ, ਤੇ ਜਿਹੜੇ 5 ਸਰੋਵਰ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਨੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਵੀ ਰਾਮਸਰ ਸਾਹਿਬ, ਵਿਵੇਕਸਰ ਸਾਹਿਬ, ਸੰਤੋਖਸਰ ਸਾਹਿਬ, ਕੌਲਸਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ, ਕਹਿੰਦੇ ਇਹਨਾਂ 5 ਸਰੋਵਰਾਂ ਦੇ ਵਿੱਚੋਂ ਇੱਕ ਸਰੋਵਰ ਚੁਣ ਲਓ ਜਿੱਥੇ ਕਿਲੇ ਦੀਆਂ ਵੱਡੀਆਂ ਵੱਡੀਆਂ ਕੰਧਾਂ ਖੜੀਆਂ ਕਰਕੇ ਉਹਨਾਂ ਦਾ ਆਸਰਾ ਤੱਕੀਏ। ਖਾਲਸਾ ਜੀ ਅੰਮ੍ਰਿਤਸਰ ਦੀ ਧਰਤੀ ਤੇ ਜਿਹੜੇ 5 ਸਰੋਵਰ ਨੇ, ਮੈਂ ਇੱਕ ਖਿਣ ਮਾਤਰ ਬੇਨਤੀ ਕਰਾਂ ਵੀ 5 ਸਰੋਵਰਾਂ ਦੇ ਵਿੱਚ ਵੀ ਬੜੀ ਵੱਡੀ ਕਿਰਪਾ ਤੇ ਬਖਸ਼ਿਸ਼ ਹੈ। ਜਿਹੜਾ 5 ਸਰੋਵਰਾਂ ਦਾ ਜਾ ਕੇ ਇਸ਼ਨਾਨ ਕਰਦਾ ਨਾ, ਤੇ ਖਾਲਸਾ ਜੀ ਉਸ ਸਿੱਖ ਦੇ ਜੀਵਨ ਦੇ ਵਿੱਚ ਗੁਰੂ ਰਾਮਦਾਸ ਦੇ ਘਰ ਦਾ ਅੰਮ੍ਰਿਤ ਵਰਤਦਾ। ਸਾਡੇ ਬਜ਼ੁਰਗ ਜਦੋਂ ਪਹਿਲਾਂ ਅੰਮ੍ਰਿਤਸਰ ਜਾਂਦੇ ਸੀ ਤੇ ਖਾਲਸਾ ਜੀ 5 ਸਰੋਵਰਾਂ ਦਾ ਇਸ਼ਨਾਨ ਜ਼ਰੂਰ ਕਰਦੇ ਸੀ। ਅੱਜ ਕੱਲ ਤੇ ਬੰਦਾ ਜੇ ਜਾਵੇ, ਲਾਈਨ ਲੰਬੀ ਲੱਗੀ ਹੋਵੇ ਤੇ ਉੱਥੇ ਵੀ ਕਹਿੰਦਾ ਵੀ ਸਾਈਡ ਤੋਂ ਕਢਾ ਦਿਓ ਮੱਥਾ ਟੇਕਣ ਲਈ। ਧੱਕੇ ਬਹੁਤ ਪੈਂਦੇ ਨੇ ਲਾਈਨ ਵਿੱਚ। ਪਰ ਮੈਂ ਬੇਨਤੀ ਕਰਾਂ, ਜਿਹਨੂੰ ਗੁਰੂ ਰਾਮਦਾਸ ਦੇ ਘਰ ਵਿੱਚ ਧੱਕੇ ਪੈ ਜਾਣ ਨਾ,
ਜਿਹੜਾ ਉੱਥੇ ਧੱਕੇ ਖਾ ਲਵੇ ਉਹਨੂੰ ਦੁੱਖਾਂ ਦੇ ਜਮਦੂਤਾਂ ਦੇ ਧੱਕੇ ਨਹੀਂ ਪੈਂਦੇ। ਖਾਲਸਾ ਜੀ ਅੰਮ੍ਰਿਤਸਰ 5 ਸਰੋਵਰ ਨੇ, ਉਹ ਵੀ ਅਧਿਆਤਮਕ ਮਾਰਗ ਦੀ ਯਾਤਰਾ ਕਰਨ ਲਈ ਸਾਨੂੰ ਸਿੱਖਿਆ ਦਿੰਦੇ ਨੇ। ਪਹਿਲਾਂ ਰਾਮਸਰ ਸਾਹਿਬ, ਜੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਲੈਣੀ ਹੈ, ਰਾਮਸਰ ਸਾਹਿਬ ਪਰਮਾਤਮਾ ਦੇ ਰਾਮ ਦੇ ਨਾਮ ਦੇ ਸਰੋਵਰ ਵਿੱਚ ਰੋਜ਼ ਇਸ਼ਨਾਨ ਕਰਿਆ ਕਰ। ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ। ਤੇ ਦੂਸਰਾ ਪੁੱਛਿਆ ਵੀ ਰਾਮਸਰ ਸਾਹਿਬ ਨਾਮ ਦੇ ਸਰੋਵਰ ਵਿੱਚ ਕਿਵੇਂ ਇਸ਼ਨਾਨ ਕਰੀਏ, ਤੇ ਸਮਝਾਇਆ ਵਿਵੇਕਸਰ ਸਾਹਿਬ ਵਿਵੇਕ ਰੱਖ, ਮਾੜਾ ਨਾ ਵੇਖ, ਮਾੜਾ ਨਾ ਸੁਣ ਤੇ ਮਾੜਾ ਨਾ ਬੋਲ। ਇਸ ਤਰ੍ਹਾਂ ਮਾੜੀਆਂ ਚੀਜ਼ਾਂ ਤੋਂ ਵਿਵੇਕ ਰੱਖ ਲੈ। ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਤੇ ਇਸ ਤਰ੍ਹਾਂ ਵਕਾਰਾਂ ਦਾ ਤਿਆਗ ਕਰਨ ਤੋਂ ਬਾਅਦ ਫਿਰ ਸੰਤੋਖ ਧਾਰਨ ਕਰ, ਬਿਨਾ ਸੰਤੋਖ ਨਹੀਂ ਕਉ ਰਾਜੈ। ਸੰਤੋਖ ਧਾਰਨ ਕਰ। ਕੌਲਸਰ ਸਾਹਿਬ, ਜਿਵੇਂ ਕਮਲ ਦਾ ਫੁੱਲ ਖਾਲਸਾ ਜੀ ਗਾਰੇ ਦੇ ਵਿੱਚ, ਚਿੱਕੜ ਦੇ ਵਿੱਚ ਨਿਰਲੇਪ ਰਹਿੰਦਾ ਹੈ, ਉਸ ਦੇ ਪ੍ਰਭਾਵ ਤੋਂ ਤੂੰ ਵੀ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਰੋ। ਸੰਸਾਰ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿ ਕੇ ਇਹਨਾਂ ਦੇ ਮੋਹ ਦੇ ਪ੍ਰਭਾਵ ਤੋਂ ਨਿਰਲੇਪ ਰਹਿ ਕੇ ਰੱਬ ਦੀ ਬੰਦਗੀ, ਪ੍ਰਮਾਤਮਾ ਦੀ ਭਗਤੀ ਕਰਿਆ ਕਰ। ਕਮਲ ਜਿਉ ਜਲ ਮਾਇਆ ਵਿੱਚ ਰਹਿ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ। ਤੇ ਜੇ 4 ਗੁਣ ਹੋਣ ਫਿਰ ਕਹਿੰਦੇ ਅੰਮ੍ਰਿਤਸਰ ਸਾਹਿਬ, ਫਿਰ ਉਹ ਅੰਮ੍ਰਿਤ ਦੀ ਪ੍ਰਾਪਤੀ ਵੀ ਹੁੰਦੀ ਹੈ ਜਿਸ ਅੰਮ੍ਰਿਤ ਦੀ ਪ੍ਰਾਪਤੀ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਵਿੱਚ ਹੁੰਦੀ ਹੈ। ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਤਰ੍ਹਾਂ ਖਾਲਸਾ ਜੀ ਜਦੋਂ ਵੀ ਅੰਮ੍ਰਿਤਸਰ ਜਾਓ ਤੇ ਸਮੇਂ ਕੱਢ ਕੇ ਜਾਓ ਤੇ ਬੜੇ ਖੁੱਲੇ ਦਰਸ਼ਨਾਂ ਦੇ ਨਾਲ ਜਾ ਕਰਕੇ ਉੱਥੇ ਆਪਣੇ ਮਨ ਨੂੰ ਸ਼ਾਂਤ ਕਰੋ ਤੇ ਜਾ ਕਰਕੇ ਗੁਰੂ ਰਾਮਦਾਸ ਦੀ ਬਖਸ਼ਿਸ਼ ਲੈਣੀ ਚਾਹੀਦੀ ਹੈ। ਸੋ ਗੁਰੂ ਕੇ ਸਿੱਖ ਕਹਿੰਦੇ ਵੀ 5 ਸਰੋਵਰਾਂ ਚੋਂ ਕੋਈ ਇੱਕ ਸਰੋਵਰ ਚੁਣ ਲਈਏ। ਤਿਨਹੀ ਮੈਂ ਇੱਕ ਬਚਨ ਮਿਲਾਏ, ਤੇ ਉੱਥੇ ਖਾਲਸਾ ਜੀ ਸਾਰਿਆਂ ਨੇ ਰਲ ਕੇ ਇੱਕ ਗੁਰਮਤਾ ਕਰ ਲਿਆ। ਦੋਹਰਾ ਅੰਮ੍ਰਿਤ ਸਰ ਵਿਵੇਕ ਸਾਰ ਕੋਲ ਸਰਾ ਲਿਓ ਥਾਪ। ਹੁਣ 5 ਸਰੋਵਰਾਂ ਦਾ ਨਾਮ ਦੱਸਦੇ ਕਿ ਅੰਮ੍ਰਿਤਸਰ ਸਾਹਿਬ, ਵਿਵੇਕਸਰ ਸਾਹਿਬ ਤੇ ਕੌਲਸਰ ਸਾਹਿਬ। ਸੰਤੋਖ ਸਾਰੇ ਓ ਰਾਮ ਸਾਰੇ, ਗੁਰੂ ਰਾਮਦਾਸ ਕਰੇ ਆਪ। ਸੰਤੋਖਸਰ ਸਾਹਿਬ ਤੇ ਖਾਲਸਾ ਜੀ ਰਾਮਸਰ ਸਾਹਿਬ, ਇਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਇਹਨਾਂ ਤੇ ਅਪਾਰ ਬਖਸ਼ਿਸ਼ ਹੈ। ਤੋਂ ਜਿੱਥੇ 5 ਸਰੋਵਰ ਨੇ, ਜਿੱਥੇ ਅੰਮ੍ਰਿਤਸਰ ਦੀ ਧਰਤੀ ਹੈ, ਖਾਲਸਾ ਜੀ ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਜ ਵੀ ਹਾਜ਼ਰ ਨਾਜ਼ਰ ਵਰਤਦੇ ਨੇ। ਚੌਪਈ ਰਾਮਦਾਸ ਸਰ ਜੇ 5 ਬਣਾਏ। ਸੋ ਜੇ 5 ਅੰਮ੍ਰਿਤਸਰ ਦੀ ਧਰਤੀ ਤੇ 5 ਸਰੋਵਰ ਸਤਿਗੁਰਾਂ ਨੇ ਬਣਵਾਏ ਨੇ। ਇੱਕ ਥਾਂ ਲੀਜੇ ਕੰਧ ਚਣਾਏ, ਇੱਕ ਥਾਂ ਦੇ ਉੱਤੇ ਵੱਡੀਆਂ ਵੱਡੀਆਂ ਕੰਧਾਂ ਬਣਾ ਕੇ ਕਿਲੇ ਦੀ ਤਰ੍ਹਾਂ ਆਸਰਾ ਲੈ ਲਈਏ। ਮਰੇ ਤੁਰਕ ਤੈ ਆਪੇ ਆਏ। ਕਿਉਂਕਿ ਜਦੋਂ ਫਿਰ ਤੁਰਕ ਚੜ ਕੇ ਆਵੇਗਾ, ਸਾਡੇ ਕੋਲ ਮੋਰਚਾ ਬੰਦੀ ਹੋਵੇਗੀ ਤੇ ਮੋਰਚੇ ਬੰਦੀ ਦੇ ਨਾਲ ਫਿਰ ਦੁਸ਼ਮਣ ਦਾ ਮੁਕਾਬਲਾ ਕਰਾਂਗੇ। ਗੜੀ ਬਣਾਓ ਰਣ ਥੰਮ ਭਾਏ। ਇਸ ਤਰ੍ਹਾਂ ਇੱਕ ਰਣ ਦੇ ਵਾਸਤੇ, ਜੰਗ ਦੇ ਮੈਦਾਨ ਵਾਸਤੇ ਇੱਕ ਥੰਬ ਗੜ ਦਈਏ ਤੇ ਵੱਡੀਆਂ ਵੱਡੀਆਂ ਕੰਧਾਂ ਬਣਾ ਲਈਏ। ਉਤੀ ਖੂਈ ਤੈ ਗੁਰੂ ਲਵਾਈ। ਉੱਥੇ ਖਾਲਸਾ ਜੀ ਇੱਕ ਕਹਿੰਦੇ ਖੂਹੀ ਲਵਾਈ ਹੋਈ ਸੀ ਸਤਿਗੁਰਾਂ ਨੇ ਆਪ ਅੰਮ੍ਰਿਤਸਰ ਦੀ ਧਰਤੀ ਤੇ। ਤੈ ਤਾਲੀ ਨੀ ਤਰਾਈ। ਗੁਰੂ ਕੇ ਸਿੱਖਾਂ ਨੇ ਉਹ ਖੂਹੀ ਦੇ ਆਲੇ ਦੁਆਲੇ ਹੀ ਨੀਂਹ ਰੱਖ ਦਿੱਤੀ। ਆਪੇ ਰਾਜ ਸਿੰਘ ਆਪੇ ਮਜੂਰ। ਹੁਣ ਇਹ ਗੁਰੂ ਕੇ ਸਿੱਖਾਂ ਦੀ ਕਲਾਈ ਹੈ ਵੀ ਆਪੇ ਹੀ ਰਾਜੇ ਨੇ ਤੇ ਆਪੇ ਹੀ ਮਜ਼ਦੂਰ ਨੇ। ਕਿਉਂਕਿ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਨੇ ਕਿਰਪਾ ਕੀਤੀ ਵੀ ਇਨ ਗਰੀਬ ਸਿੱਖਣ ਕੋ ਦਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਇੱਥੇ ਇਹ ਤਾਂ ਹੈ ਨਹੀਂ ਵੀ ਕੇਵਲ ਤੇ ਕੇਵਲ ਇੱਕ ਜਾਤੀ ਵਾਲਾ ਹੀ ਆਵੇਗਾ। ਇੱਥੇ ਤਰਖਾਣ ਵੀ ਗੁਰੂ ਕਾ ਸਿੱਖ ਹੈ, ਲਬਾਣਾ ਵੀ ਗੁਰੂ ਕਾ ਸਿੱਖ ਹੈ, ਜੱਟ ਵੀ ਗੁਰੂ ਕਾ ਸਿੱਖ ਹੈ। ਇੱਥੇ ਹਰ ਇੱਕ ਜਾਤੀ ਦਾ ਹੀ ਗੁਰੂ ਨਾਨਕ ਦਾ ਸਿੱਖ ਹੈ। ਗੁਰੂ ਨਾਨਕ ਦੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ, ਹਰ ਇੱਕ ਨੂੰ ਆਪਣੀ ਪਾਵਨ ਗੋਦ ਦੇ ਦਿੱਤੀ ਹੈ। ਤੇ ਖਾਲਸਾ ਜੀ ਇਸ ਕਰਕੇ ਗੁਰਸਿੱਖ ਜਿਹੜੇ ਸੰਗਤ ਵਿੱਚ ਆਉਂਦੇ ਨੇ ਉਹਨਾਂ ਨੂੰ ਸਾਰੇ ਹੀ ਕੰਮ ਆਉਂਦੇ ਨੇ। ਅੱਜ ਵੀ ਆਪਾਂ ਜਦੋਂ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ, ਇੱਥੇ ਸਿੰਘ ਲੰਗਰ ਵੀ ਬਣਾ ਲੈਂਦੇ ਨੇ। ਇੱਥੇ ਖਾਲਸਾ ਜੀ ਗੁਰੂ ਕੇ ਸਿੱਖ ਗੁਰਦੁਆਰੇ ਦੀ ਸਫਾਈਆਂ ਵੀ ਕਰ ਲੈਂਦੇ ਨੇ। ਗੁਰੂ ਘਰ ਦੇ ਵਿੱਚ ਕੋਈ ਇਮਾਰਤ ਦਾ ਕੰਮ ਹੋਵੇ, ਗੁਰਸਿੱਖ ਉਹ ਵੀ ਕਰ ਲੈਂਦੇ ਨੇ। ਨਿਸ਼ਾਨ ਸਾਹਿਬ ਚਲਾਉਣਾ ਹੋਵੇ, ਗੁਰਸਿੱਖ ਉਹ ਵੀ ਕਰ ਲੈਂਦੇ ਨੇ। ਇਸ ਤਰ੍ਹਾਂ ਕਹਿੰਦੇ ਵੀ ਗੁਰਸਿੱਖਾਂ ਦੇ ਵਿੱਚ ਗੁਰੂ ਨੇ ਆਪ ਕਲਾ ਭਰੀ ਹੈ ਵੀ ਇਹ ਰਾਜੇ ਵੀ ਨੇ ਤੇ ਮਜ਼ਦੂਰ ਵੀ ਨੇ। ਭਾਵ ਇਹ ਮਜ਼ਦੂਰੀਆਂ ਵੀ ਕਰ ਲੈਂਦੇ ਨੇ, ਕਿਰਤ ਵੀ ਕਰ ਲੈਂਦੇ ਨੇ, ਪਰ ਕਿਰਤ ਕਰਕੇ ਵੀ ਇਹ ਦੁਨੀਆ ਦੇ ਸਭ ਤੋਂ ਵੱਡੇ ਰਾਜੇ ਨੇ।
ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਪਾਤਸ਼ਾਹ ਦੁਨੀਆ ਦੇ ਵਿੱਚ ਗੁਰੂ ਨਾਨਕ ਦੇ ਸਿੱਖ ਵਰਗਾ ਕੋਈ ਪਾਤਸ਼ਾਹ ਨਹੀਂ। ਇਹ ਗੁਰੂ ਨਾਨਕ ਸਾਹਿਬ ਦੀ ਅਪਾਰ ਕਲਾ ਵਰਤਦੀ ਹੈ। ਬੜੇ ਭੁਜੰਗੀ ਦਿਲ ਕੇ ਸੂਰ, ਇਹ ਗੁਰੂ ਨਾਨਕ ਦੇ ਘਰ ਦੇ ਵੱਡੇ ਸੂਰਬੀਰ ਭੁਜੰਗੀ ਨੇ। ਆਪੇ ਪੀਸੇ ਆਪ ਪਕਾਵੇ, ਇਹ ਆਪੇ ਹੀ ਆਟਾ ਪੀ ਲੈਂਦੇ ਨੇ ਤੇ ਆਪੇ ਹੀ ਬਣਾ ਲੈਂਦੇ ਨੇ। ਇਹ ਗੁਰਸਿੱਖ ਦੇ ਸਤਿਗੁਰੂ ਨੇ ਨਿਯਮ ਬੰਨੇ, ਜਿਹੜੇ 52 ਬਚਨ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਹਜ਼ੂਰ ਸਾਹਿਬ। ਉਹਨਾਂ 'ਚ ਇੱਕ ਬਚਨ ਇਹ ਵੀ ਮਹਾਰਾਜ ਨੇ ਕੀਤਾ ਵੀ ਸਿੱਖ ਆਪਣੇ ਘਰ ਦੇ ਕੰਮ ਵੀ ਖੁਦ ਕਰਨਾ ਜਾਣਦਾ ਹੋਵੇ, ਭਾਵੇਂ ਪ੍ਰਸ਼ਾਦਾ ਵੀ ਬਣਾ ਲੈਂਦਾ ਹੋਵੇ, ਸਬਜੀ ਭਾਜਾ ਵੀ ਤਿਆਰ ਕਰ ਲੈਂਦਾ ਹੋਵੇ, ਹੋਰ ਵੀ ਕੰਮ ਕਰ ਲੈਂਦਾ ਹੋਵੇ। ਭਾਵ ਸਿੱਖ ਤਿਆਰ ਬਰ ਤਿਆਰ ਹੋਵੇ, ਕਿਤੇ ਕੋਈ ਮੁਸ਼ਕਲ ਵਾਲਾ ਸਮਾਂ ਆ ਜਾਵੇ ਤੇ ਦੂਜਿਆਂ ਵੱਲ ਨਾ ਵੇਂਦਾ ਰਵੇ। ਇਹ ਕਿਸੇ ਤੇ ਡਿਪੈਂਡ ਨਾ ਹੋਵੇ, ਇੰਡੀਪੈਂਡੈਂਟ ਹੋਵੇ। ਸੋ ਇਸ ਤਰ੍ਹਾਂ ਸਤਿਗੁਰੂ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਤੇ ਤੋਂ ਬੜੇ ਸਰਦਾਰ ਕਹਾਵੇ, ਇਹਨਾਂ ਗੁਣਾ ਕਰਕੇ ਹੀ ਗੁਰੂ ਨਾਨਕ ਦੇ ਸਿੱਖ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਸਰਦਾਰ ਕਹਿਲਾਉਂਦੇ ਨੇ। ਜੋ ਕਰੇ ਸਿੰਘ ਬਹੁਤੇ ਕੰਮ, ਇਸ ਤਰ੍ਹਾਂ ਖਾਲਸਾ ਜੀ ਕਹਿੰਦੇ ਗੁਰੂ ਘਰ ਵਿੱਚ ਜਿਹੜਾ ਸਿੰਘ ਵੱਧ ਕੰਮ ਕਰਦਾ, ਵੱਧ ਸੇਵਾ ਕਰਦਾ ਹੈ, ਧੰਨ ਧੰਨ ਕਹੇ ਸਿੰਘ ਤਿਸੇ ਜੰਮ। ਜਿਹੜਾ ਇਸ ਘਰ ਵਿੱਚ ਆ ਕੇ ਜਿੰਨੀ ਵੱਧ ਸੇਵਾ ਕਰਦਾ ਨਾ, ਤੇ ਕਹਿੰਦੇ ਗੁਰੂ ਘਰ ਦੇ ਵਿੱਚ ਉਹਨੂੰ ਓਨੀ ਵਾਰ ਧੰਨ ਧੰਨ ਕਿਹਾ ਜਾਂਦਾ, ਉਹਦੀ ਵਡਿਆਈ ਕੀਤੀ ਜਾਂਦੀ ਹੈ। ਦੁਨੀਆ ਦੇ ਵਿੱਚ ਆਪਾਂ ਵੇਖੀਏ ਨਾ, ਦੁਨੀਆ ਵਿੱਚ ਜਿਹੜਾ ਬੰਦਾ ਜਿੰਨੀ ਜ਼ਿਆਦਾ ਕੰਮਕਾਰ ਕਰੇਗਾ, ਜਿੰਨਾ ਵੱਧ ਕੰਮ ਕਰੇਗਾ ਨਾ, ਤੇ ਲੋਕ ਕਹਿਣਗੇ ਵੀ ਇਹ ਮਾੜਾ ਬੰਦਾ ਹੈ, ਇਹਨੂੰ ਕੰਮ ਕਰਨ ਦੀ ਲੋੜ ਹੈ, ਇਹ ਮਜ਼ਦੂਰ ਹੈ, ਇਹ ਕੰਮਕਾਰ ਬਹੁਤ ਕਰਦਾ, ਇਹ ਕੰਮੀ ਬੰਦਾ ਹੈ। ਪਰ ਖਾਲਸਾ ਜੀ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਨੇ ਕਿਰਪਾ ਕੀਤੀ ਵੀ ਇੱਥੇ ਜਿਹੜਾ ਵੱਧ ਕੰਮ ਕਰਦਾ ਉਹਨੂੰ ਕਹਿੰਦੇ ਜਿਹੜਾ ਵੱਧ ਕੰਮ ਵੱਧ ਸੇਵਾ ਕਰਦਾ ਉਹ ਗੁਰੂ ਨਾਨਕ ਦਾ ਓਡਾ ਹੀ ਪਿਆਰਾ ਸਿੱਖ ਹੈ। ਕਿਉਂਕਿ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਪੰਨੇ। ਸੋ ਇਸ ਕਰਕੇ ਸੇਵਾ ਕਰਨ ਵਾਲੇ ਨੂੰ ਗੁਰਸਿੱਖ ਧੰਨ ਧੰਨ ਕਹਿੰਦੇ ਨੇ। ਉਹ ਕਰੇ ਨਾ ਕਿਸੇ ਸ਼ਰੀਕਾ, ਕਿਉਂਕਿ ਇੱਥੇ ਸੇਵਾ ਕਰਨ ਵਾਲੇ ਕਿਸੇ ਦੇ ਨਾਲ ਸ਼ਰੀਕ ਪੂਣਾ ਨਹੀਂ ਕਰਦੇ, ਸਾਰੇ ਰਲ ਮਿਲ ਕੇ ਇੱਕ ਦੂਸਰੇ ਦੇ ਨਾਲ ਪਿਆਰ ਪ੍ਰੇਮ ਇਤਫਾਕ ਦੇ ਨਾਲ ਸੇਵਾ ਕਰਦੇ ਨੇ। ਕੋਈ ਨਾ ਸੁਣਾਵੇ ਦੁੱਖ ਨਿਜ ਜੀ ਕਾ, ਤੇ ਕੋਈ ਵੀ ਇੱਕ ਦੂਸਰੇ ਦੇ ਦੁੱਖ ਨਹੀਂ ਦਿੰਦਾ, ਇੱਕ ਦੂਸਰੇ ਦੇ ਉੱਤੇ ਜ਼ੁਲਮ ਨਹੀਂ ਕਰਦਾ, ਇੱਕ ਦੂਸਰੇ ਦੇ ਉੱਤੇ ਵਾਧੀ ਨਹੀਂ ਕਰਦਾ। ਕਿਉਂਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਕੰਧ ਬਣਾਵੇ ਦੌੜੇ ਦੌੜ, ਹੁਣ ਖਾਲਸਾ ਜੀ ਜਿਹੜਾ ਰਾਮ ਰੌਣੀ ਦਾ ਕਿਲਾ, ਉਹਦੀਆਂ ਕੰਧਾਂ ਬਣਾਉਣੀਆਂ, ਤੇ ਗੁਰੂ ਕੇ ਸਿੱਖ ਸਾਰੇ ਦੌੜ ਦੌੜ ਕੇ ਸੇਵਾ ਕਰਦੇ ਨੇ। ਕਿਸੇ ਦੇ ਚਿਹਰੇ ਦੇ ਉੱਤੇ ਵੀ ਕੋਈ ਸ਼ਿਕਵਾ ਨਹੀਂ ਹੈਗਾ, ਸਾਰੇ ਪਿਆਰ ਦੇ ਨਾਲ ਦੌੜ ਦੌੜ ਕੇ ਸੇਵਾ ਕਰਦੇ ਨੇ। ਜਿਮ ਬੰਦਰ ਪੁਲ ਬੰਦਤ ਧੋੜ। ਹੁਣ ਭਾਈ ਰਤਨ ਸਿੰਘ ਭੰਗੂ ਨਿੱਕਾ ਜਿਹਾ ਉਦਾਹਰਣ ਦਿੰਦੇ, ਕਹਿੰਦੇ ਵੀ ਜਿਵੇਂ ਸ਼੍ਰੀ ਲੰਕਾ ਤੇ ਚੜ੍ਹਾਈ ਕਰਨ ਵੇਲੇ ਰਾਮ ਜੀ ਦੀ ਵਾਨਰ ਸੇਨਾ ਨੇ ਦੌੜ ਦੌੜ ਕੇ ਪੁਲ ਬਣਾ ਦਿੱਤਾ, ਇੱਥੇ ਹੁਣ ਸਾਰੇ ਸਿੱਖ ਹੈਗੇ ਭੁੱਖੇ ਹੀ, ਭਾਵੇਂ ਛਕਣ ਵਾਸਤੇ ਕੋਈ ਬਹੁਤੇ ਪ੍ਰਸ਼ਾਦੇ ਨਹੀਂ, ਪਰ ਦੌੜ ਦੌੜ ਕੇ ਕਿਲੇ ਦੀਆਂ ਕੰਧਾਂ ਬਣਾਉਂਦੇ ਵੀ ਦੁਸ਼ਮਣ ਦਾ ਮੁਕਾਬਲਾ ਕਰਨਾ। ਸੋ ਖਾਲਸਾ ਜੀ ਇਤਿਹਾਸ ਜਦੋਂ ਪੜਾਂਗੇ ਨਾ, ਇੱਕ ਗੱਲ ਸਾਡੇ ਸੁਰਤ ਦੇ ਵਿੱਚ ਬਾਰ-ਬਾਰ ਆਵੇਗੀ ਕਿ ਸਾਡੇ ਪੂਰਵਜਾਂ ਜਿਨ੍ਹਾਂ ਇਤਿਹਾਸ ਲਿਖਿਆ, ਜਾਂ ਪੁਰਾਣੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਤਿਹਾਸ ਵੇਖ ਲਈਏ, ਤੇ ਨਾ ਤਾਂ ਸਤਿਗੁਰਾਂ ਤੇ ਨਾ ਸਤਿਗੁਰਾਂ ਦੇ ਸਿੱਖਾਂ ਤੇ ਨਾ ਹੀ ਸਾਡੇ ਇਤਿਹਾਸਕਾਰਾਂ ਕਿਸੇ ਧਰਮ ਦੇ ਨਾਲ ਵਿਤਕਰਾ ਕੀਤਾ, ਕਿਸੇ ਧਰਮ ਦੇ ਨਾਲ ਕੋਈ ਭੇਦਭਾਵ ਨਹੀਂ। ਕਿਉਂਕਿ ਹਰ ਇੱਕ ਧਰਮ ਦੇ ਬੰਦੇ ਦੇ ਵਿੱਚ ਰੱਬ ਆਪ ਵਸਦਾ। ਬਸ ਇਹ ਸਾਨੂੰ ਹੀ ਡਰ ਪੈ ਗਿਆ ਵੀ ਕਿਤੇ ਮੰਦਿਰ ਦੇ ਮੂਹਰੇ ਦੀ ਲੰਘ ਕੇ ਕੋਈ RSS ਦਾ ਨਾ ਕਹਿ ਦੇਵੇ। ਪਰ ਸਿੱਖ ਨੂੰ ਆਪ ਦੀ ਸਿੱਖੀ ਤੇ ਭਰੋਸਾ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਵੀ ਗਏ, ਉੱਥੇ ਜਾ ਕੇ ਵੀ ਆਰਤੀ ਉਚਾਰ ਦਿੱਤੀ, ਪਰ ਬਾਬੇ ਨਾਨਕ ਦੀ ਜੈ ਜੈਕਾਰ ਹੋਈ। ਜੇ ਮਹਾਰਾਜ ਹਰਿਦੁਆਰ ਗਏ, ਉੱਥੇ ਜਾ ਕੇ ਵੀ ਨਿਰੰਕਾਰ ਦੇ ਨਾਮ ਦਾ ਹੋਕਾ ਦਿੱਤਾ। ਸੋ ਜੇ ਆਪਾਂ ਚਾਹੁੰਦੇ ਆ ਵੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਵਿਸ਼ਵ ਪੱਧਰ ਤੇ ਫੈਲੇ, ਉਹਦੇ ਵਾਸਤੇ ਸਾਨੂੰ ਸਾਡੇ ਹਿਰਦੇ ਵਿਸ਼ਾਲ ਕਰਨੇ ਪੈਣਗੇ। ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਗੁਰਬਾਣੀ ਦੇ ਉਪਦੇਸ਼ ਨੂੰ ਸਰਬ ਸਾਂਝਾ ਕਰਨਾ ਪਵੇਗਾ। ਚਾਰੇ ਲੰਗਾਂ ਲੈ ਤੁਰੇ, ਨਿਸ ਦਿਨ ਨਾਹੇ ਥਕਾਏ। ਹੁਣ ਖਾਲਸਾ ਜੀ ਜਿਹੜੀਆਂ ਚਾਰ ਕੰਧਾਂ ਹੁੰਦੀਆਂ ਨੇ ਮਕਾਨ ਦੀਆਂ ਜਾਂ ਕਿਲੇ ਦੀਆਂ,
ਕਹਿੰਦੇ ਗੁਰਸਿੱਖ ਹਿੱਡੀ ਕੇ ਤੇਜ਼ੀ ਦੇ ਨਾਲ ਕੰਧਾਂ ਬਣਾਉਂਦੇ ਵੀ ਇੱਕੋ ਦਿਨ ਦੇ ਵਿੱਚ ਹੀ ਚਾਰੇ ਦੀਆਂ ਚਾਰੀਆਂ ਕੰਧਾਂ ਖੜੀਆਂ ਕਰ ਦਿੱਤੀਆਂ। ਹੌਲੀ ਹੌਲੀ ਜਿਉ ਕਹੇ ਤਿਮ ਤਿਮ ਦੌੜ ਕਮਾਏ। ਖਾਲਸਾ ਜੀ ਇਸ ਤਰ੍ਹਾਂ ਕਹਿੰਦੇ ਕਈ ਸਿਆਣੇ ਕਹਿੰਦੇ ਨਾ ਵੀ ਹੌਲੀ ਹੌਲੀ ਕੰਮ ਕਰੋ, ਸਹਿਜ ਨਾਲ ਕਰੋ, ਪਰ ਗੁਰਸਿੱਖ ਸਹਿਜ ਨਾਲ ਨਹੀਂ, ਇਹ ਗੁਰੂ ਨਾਨਕ ਦੇ ਘਰ ਦੀ ਸੇਵਾ ਗੁਰਸਿੱਖ ਦੌੜ ਦੌੜ ਕੇ ਤੇ ਚਾਅ ਦੇ ਨਾਲ ਕਰਦੇ ਨੇ। ਚੌਪਈ ਬੁਰਜ ਦਰਵਾਜੇ ਬਣਾਇਓ ਖਾਸ। ਇਸ ਤਰ੍ਹਾਂ ਕੰਧਾਂ ਬਣਾਉਣ ਤੋਂ ਬਾਅਦ ਹੁਣ ਇਸ ਬੁਰਜ ਦਾ ਇੱਕ ਖਾਸ ਦਰਵਾਜ਼ਾ ਵੀ ਬਣਾ ਲਿਆ, ਮੰਡਿਓ ਸੋ ਮਰਨੋਂ ਤਹਿ ਥਾਂ ਵਾਸ। ਜਿਹਦੇ ਵਿੱਚੋਂ ਖਾਲਸਾ ਜੀ ਖਾਲਸੇ ਪੰਥ ਦੇ ਅੱਗੇ ਹੁਣ ਇਸ ਦਰਵਾਜ਼ੇ ਦੇ ਵਿੱਚੋਂ ਗੁਰਸਿੱਖਾਂ ਨੇ ਰਾਸ਼ਨ ਵੀ ਹਾਜ਼ਰ ਕੀਤਾ ਲੰਘਾ ਕਰਕੇ, ਕਿਉਂਕਿ ਕਿਲੇ ਦੀਆਂ ਕੰਧਾਂ ਬਣਾਉਣ ਤੋਂ ਬਾਅਦ ਕਿਲੇ ਦਾ ਦਰਵਾਜ਼ਾ ਵੀ ਬਣਾ ਦਿੱਤਾ। ਹੁਣ ਗੁਰਸਿੱਖਾਂ ਦੇ ਕੋਲ ਜੋ ਵੀ ਸੀਗਾ, ਕਿਸੇ ਵੀ ਸਿੱਖ ਦੇ ਕੋਲ ਗੁਰਸਿੱਖਾਂ ਨੇ ਸਾਰਾ ਕੁਝ ਦਰਵਾਜ਼ੇ ਦੇ ਅੰਦਰੋਂ ਲੰਘ ਕੇ ਤੇ ਉੱਥੇ ਇੱਕ ਜਾਂ ਥਾਂ ਦੇ ਉੱਤੇ ਹਾਜ਼ਰ ਕਰ ਦਿੱਤਾ ਵੀ ਆ ਅੱਜ ਦਾ ਖਜ਼ਾਨਾ, ਆ ਅੱਜ ਦਾ ਰਾਸ਼ਨ ਹੈ, ਹੁਣ ਇਹ ਗੁਰਸਿੱਖਾਂ ਨੇ ਆਪਸ ਦੇ ਵਿੱਚ ਵੰਡਣਾ ਹੈ। ਸੋ ਇਸ ਤਰ੍ਹਾਂ ਰਾਮ ਰੌਣੀ ਦੇ ਕਿਲੇ ਦੀ ਉਸਾਰੀ ਕੀਤੀ ਅਗਾਂਹ। ਕਿਸ ਤਰ੍ਹਾਂ ਫਿਰ ਖਾਲਸਾ ਜੀ ਅਹਿਮਦ ਸ਼ਾਹ ਅਬਦਾਲੀ ਫੌਜ ਚੜਾਉਂਦਾ, ਇਹ ਆਪਾਂ ਅੱਗੇ ਸਰਵਣ ਕਰਾਂਗੇ। ਸੋ ਆਓ ਸਤਿਗੁਰੂ ਅੱਗੇ ਅਰਦਾਸ ਕਰੀਏ, ਸੁਣਿਆ ਸੁਣਾਇਆ ਜੀਵਨ ਵਿੱਚ ਕਮਾ ਸਕੀਏ। ਅਤੇ ਬਹੁਤ ਹੀ ਸਤਿਕਾਰਯੋਗ ਭਾਈ ਜਗਦੇਵ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਚਾਰਕ, ਉਹ ਵੀ ਆਪ ਸਭ ਸੰਗਤਾਂ ਦੇ ਸਨਮੁਖ ਪਹੁੰਚੇ ਨੇ, ਉਹਨਾਂ ਹਾਜ਼ਰੀ ਭਰਨੀ ਹੈ। ਸੋ ਆਓ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ ਅਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਖਾਲਸਾ ਮੂਲ ਮੰਤਰ ਦੀ ਅਤੇ ਖਾਲਸਾ ਮਹਿਮਾ ਦੀ ਜੋ ਲੜੀਵਾਰ ਕਥਾ ਵਿਸਾਖੀ ਦੇ ਸਮਾਗਮਾਂ ਦੇ ਵਿੱਚ ਕੀਤੀ ਜਾਵੇਗੀ, ਉਹਦੇ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਆਓ ਜੀ ਸਾਰੇ ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਉਚਾਰਨ ਕਰੋ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ। ਹੇ ਸੰਤ ਹੈ ਕੇ ਸਦਾ ਸੰਗ ਨੇਦਾਰਾ, ਹੇ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਨਾਨਕ ਦੀਜੈ ਨਾਮ ਦਾਨ ਰਾਖੋ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਰਬੱਤ ਸਾਧ ਸੰਗਤ ਨੂੰ ਬੜੇ ਹੀ ਪਿਆਰ ਦੇ ਨਾਲ ਚੱਲਦੀ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਾ ਰਹੇ ਸਨ ਪੰਥ ਦੇ ਪ੍ਰਸਿੱਧ ਦੀਵਾਨ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਕਨ੍ਹਈਆ।